ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ। ਅੱਜ ਦਾ ਆਪਣਾ ਇਹ ਪ੍ਰੋਗਰਾਮ ਹੈ ਵੀਕਲੀ ਅਪਡੇਟਸ, ਜਿਹਦੇ ਵਿੱਚ ਆਪਾਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ ਅਮਰੀਕਾ ਦੀ, ਤੇ ਨਾਲੇ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਵੀ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਸਾਰਿਆਂ ਤੋਂ ਪਹਿਲਾਂ ਆਪਾਂ ਜਿਹੜੀਆਂ ਹੁਣ ਦੀਆਂ ਇੰਪੋਰਟੈਂਟ ਖਬਰਾਂ ਨੇ ਉਹਨਾਂ ਬਾਰੇ ਗੱਲ ਕਰਦੇ ਹਾਂ। ਸਾਰਿਆਂ ਤੋਂ ਜਿਹੜੀ ਇੰਪੋਰਟੈਂਟ ਖਬਰ ਹੈਗੀ ਆ ਉਹ ਹੈਗੀ ਵੀਜ਼ਾ ਬੁਲੇਟਿਨ ਦੀ, ਕਿ ਵੀਜ਼ਾ ਬੁਲੇਟਿਨ ਆ ਗਿਆ ਨਵੰਬਰ ਦਾ। ਤੇ ਵੀਜ਼ਾ ਬੁਲੇਟਿਨ ਦੇ ਵਿੱਚ ਜਿਹੜੀ ਹੈਗੀ ਆ ਉਹ ਖਾਸ ਕੋਈ ਚੇਂਜਸ ਨਹੀਂ ਹੈਗੀਆਂ, ਨਿਰਾਸ਼ਾਜਨਕ ਆ। ਕੋਈ ਜ਼ਿਆਦਾ ਕੈਟੇਗਰੀਆਂ ਮੂਵ ਨਹੀਂ ਹੋਈਆਂ। ਜਿਹੜੀ F4 ਕੈਟੇਗਰੀ ਹੈ, ਜਿਹੜੀ ਕਿ US ਸਿਟੀਜ਼ਨ ਦੇ ਭਰਾ ਭੈਣ ਤੇ ਉਹਨਾਂ ਦੇ ਬੱਚਿਆਂ ਦੀ ਕੈਟੇਗਰੀ ਆ ਅੰਡਰ 21, ਉਹ ਚੱਲ ਰਿਹਾ ਜੀ 15 ਸਤੰਬਰ 2005। F3 ਕੈਟੇਗਰੀ ਹੈਗੀ ਹੈ US ਸਿਟੀਜ਼ਨ ਦੇ ਜਿਹੜੇ ਮੈਰਿਡ ਬੱਚੇ ਨੇ ਤੇ ਉਹਨਾਂ ਦੇ ਅੱਗੇ ਬੱਚੇ ਅੰਡਰ 21, ਉਹ ਚੱਲ ਰਿਹਾ ਜੀ 22 ਨਵੰਬਰ 2008। F2B ਕੈਟੇਗਰੀ ਹੈ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਤੇ 21 ਸਾਲ ਤੋਂ ਉੱਪਰ ਜਿਹੜੇ ਅਨਮੈਰਿਡ ਬੱਚੇ ਆ, ਉਹ ਚੱਲ ਰਿਹਾ ਜੀ 22 ਸਤੰਬਰ 2015। F2A ਕੈਟੇਗਰੀ ਹੈ ਗ੍ਰੀਨ ਕਾਰਡ ਹੋਲਡਰਸ ਜਿਹੜੇ ਹਸਬੈਂਡ ਵਾਈਫ ਤੇ 21 ਸਾਲ ਤੋਂ ਘੱਟ ਬੱਚੇ, ਉਹ ਕਰੰਟ ਆ। F1 ਕੈਟੇਗਰੀ ਜਿਹੜੀ ਆ ਇਹ ਹੈਗੀ ਆ ਜੀ ਅਨਮੈਰਿਡ ਸਨਸ ਐਂਡ ਡਾਟਰਸ ਆਫ US ਸਿਟੀਜ਼ਨਸ। ਇਹ ਜਿਹੜੀ ਹੈਗੀ ਆ ਇਹ ਹੈਗੀ ਆ ਜੀ 1 ਦਸੰਬਰ 2015। ਸੋ ਬਾਹਲੀ ਮੂਵਮੈਂਟ ਨਹੀਂ ਹੋਈ, ਪਰ ਇੰਟਰਵਿਊਜ਼ ਜ਼ਰੂਰ ਹੋਣੀਆਂ ਸ਼ੁਰੂ ਹੋਈਆਂ ਨੇ। ਸੋ ਜਿਹੜਾ ਸਾਨੂੰ ਜਾਣਕਾਰੀ ਆ ਕਿ ਜਿਹੜੇ ਜੂਨ ਜੁਲਾਈ ਵਾਲਿਆਂ ਦੀਆਂ ਜਿਹੜੀਆਂ 2005 F4 ਕੈਟੇਗਰੀ ਵਾਲਿਆਂ ਦੀਆਂ ਇੰਟਰਵਿਊਜ਼ ਹੋਈਆਂ ਨੇ। ਕੁਛ ਜਿਹੜੇ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਦੇ ਕੇਸ ਰੁਕੇ ਸੀ ਉਹ ਵੀ ਇੰਟਰਵਿਊ ਸ਼ੁਰੂ ਹੋਣੀਆਂ, ਲੇਕਿਨ ਜਿਹੜੀਆਂ ਡੇਟਾ ਹੈਗੀਆਂ ਉਹ ਮੂਵ ਅਜੇ ਨਹੀਂ ਹੋਈਆਂ। ਸੋ ਜਿਹੜੀਆਂ ਡੇਟਾ ਤੇ ਪੇਪਰ ਜਿਹੜੇ ਹੈਗੇ ਮੰਗ ਰਹੀ ਹੈ NVC, ਕਿਉਂਕਿ ਜਿਹੜੀਆਂ ਉਹ ਡੇਟਾ ਹੁੰਦੀਆਂ ਉਹ ਵੀਜ਼ਾ ਡੇਟ ਤੋਂ 6-7 ਮਹੀਨੇ ਪਹਿਲਾਂ ਦੀ ਹੁੰਦੀ ਆ। ਤੇ ਉਹ ਜਿਹੜੀ ਡੇਟ ਆ ਉਹ ਕਿਉਂਕਿ ਜਿਹੜੇ ਬੰਦੇ ਅਜੇ ਉਹਨਾਂ ਦਾ ਨੰਬਰ ਨਹੀਂ ਆਇਆ ਹੁੰਦਾ ਆਪਾਂ ਉਹਨੂੰ ਕਹਿੰਦੇ ਨੇ ਪੇਪਰ ਇਕੱਠੇ ਕਰੋ। ਸੋ ਉਹ ਡੇਟ ਹੈਗੀ F4 ਕੈਟੇਗਰੀ ਜਿਹੜੀ ਆ, ਉਹੀ ਜਿਹੜੀ ਭਰਾ ਭੈਣ ਦੀ ਕੈਟੇਗਰੀ ਆ, ਉਹਦੇ 'ਚ ਹੈਗਾ ਜੀ 22 ਫਰਵਰੀ 2006। F3 ਕੈਟੇਗਰੀ ਜਿਹੜੀ ਮੈਰਿਡ ਬੱਚੇ ਨੇ US ਸਿਟੀਜ਼ਨ ਦੇ ਤੇ ਉਹਨਾਂ ਦੇ ਬੱਚੇ ਹੈਗਾ 8 ਨਵੰਬਰ 2009। F2B ਆ 1 ਜਨਵਰੀ 2017। F2A ਕਰੰਟ ਹੈ ਜੀ, ਤੇ F1 ਹੈਗੀ ਆ 8 ਅਗਸਤ 2016। ਸੋ ਇਹ ਜਿਹੜਾ ਲਗਭਗ ਉਹੋ ਜਿਹਾ ਹੀ ਆ ਜਿਹੜਾ ਪਿਛਲੇ ਮਹੀਨੇ ਸੀਗਾ। ਸੋ ਨੰਬਰ ਜਿਹੜੇ ਹੈਗੇ ਆ ਉਹ ਕੋਈ ਜ਼ਿਆਦਾ ਜਿਹੜੇ ਉਤਸ਼ਾਹ ਦੇਣ ਵਾਲੇ ਨਹੀਂ ਆ, ਬਲਕਿ ਦੇਖ ਕੇ ਬੜੀ ਨਿਰਾਸ਼ਾ ਹੋਈ ਵੀ ਅਜੇ ਮੂਵਮੈਂਟ ਨਹੀਂ ਜ਼ਿਆਦਾ ਹੋ ਰਹੀ। ਤੇ ਹੁਣ ਦੇਖੋ ਅੱਗੇ ਕੀ ਹੁੰਦਾ, ਪਰ ਇੰਟਰਵਿਊਜ਼ ਜ਼ਰੂਰ ਹੋ ਰਹੀਆਂ ਨੇ। ਸੋ ਸਾਡੇ ਕਾਫੀ ਕਲਾਇੰਟਸ ਦੀਆਂ ਇੰਟਰਵਿਊਜ਼ ਜਿਹੜੀਆਂ ਪਹਿਲਾਂ ਨਹੀਂ ਸੀ ਹੋਈਆਂ ਹੁਣ ਹੋਈਆਂ ਨੇ, ਚਾਹੇ ਉਹ F4 ਕੈਟੇਗਰੀ ਦੇ ਹੋਣ ਜਾਂ F3 ਦੇ ਹੋਣ ਜਾਂ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਦੇ ਹਸਬੈਂਡ ਵਾਈਫ ਹੋਣ। ਇੰਟਰਵਿਊਜ਼ ਜ਼ਰੂਰ ਹੋਈਆਂ, ਪਰ ਉਨੀ ਸਪੀਡ ਨਹੀਂ ਹੈ ਜਿੰਨੀ ਹੋਣੀ ਚਾਹੀਦੀ ਆ। ਸੋ ਇਹ ਤਾਂ ਹੈਗਾ ਜਿਹੜਾ ਨਵੰਬਰ ਦਾ ਹੁਣ ਵੀਜ਼ਾ ਬੁਲੇਟਿਨ ਜਿਹੜਾ ਉਹ ਆਇਆ। ਇਹਦੇ ਨਾਲ ਜਿਹੜੀ ਅਗਲੀ ਖਬਰ ਹੈਗੀ ਆ ਉਹ ਹੈਗੀ ਆ ਜੀ ਲੋਕੀ ਜਿਹੜੇ ਹੈਗੇ ਆ ਉਹ ਸਿਟੀਜ਼ਨਸ਼ਿਪ ਜਿਹੜਾ ਬੈਕਲੌਗ ਆ ਉਹਦੇ ਬਾਰੇ ਇਸ ਤਰ੍ਹਾਂ ਹੈ ਕਿ ਜਿਹੜਾ ਪ੍ਰੋਸੈਸਿੰਗ ਟਾਈਮ ਸੀਗਾ ਸਿਟੀਜ਼ਨਸ਼ਿਪ ਦਾ, ਉਹ ਕਿਸੇ ਟਾਈਮ ਤੇ 12 ਮਹੀਨੇ 13 ਮਹੀਨੇ ਹੋ ਗਿਆ ਸੀ। ਉਹ ਹੁਣ ਅੱਗੇ ਨਾਲੋਂ ਘਟਿਆ ਤੇ ਇਮੀਗ੍ਰੇਸ਼ਨ ਕਹਿ ਰਹੀ ਆ ਕਿ ਅਸੀਂ ਇਹਨੂੰ ਹੋਰ ਘੱਟ ਕਰਾਂਗੇ। ਹੁਣ 4 ਤੋਂ 6 ਮਹੀਨੇ ਦੇ ਵਿੱਚ ਇਹ ਜਿਹੜੀ ਹੈਗੀ ਆ ਉਹ ਇੰਟਰਵਿਊ ਦੀਆਂ ਡੇਟਾਂ ਜਿਹੜੀਆਂ ਹੈਗੀਆਂ ਉਹ ਦੇ ਰਹੇ ਨੇ, ਤੇ ਉਹਦੇ ਵਾਸਤੇ ਉਹ ਕਹਿ ਰਹੇ ਆ ਵੀ ਅਸੀਂ ਉਹਨਾਂ ਨੂੰ ਇੰਟਰਵਿਊ ਦੀਆਂ ਡੇਟਾਂ ਜਿਹੜੀਆਂ ਹੈਗੀਆਂ ਉਹ ਦੇਣੀਆਂ ਨੇ। ਇਹਦੇ ਨਾਲ ਜਿਹੜੀ ਅਗਲੀ ਖਬਰ ਇਥੋਪੀਆ ਤੋਂ ਹੈ ਕਿ ਇਥੋਪੀਆ ਤੁਹਾਨੂੰ ਇੱਕ ਮੁਲਕ ਹੈ ਜਿਹਦੇ ਵਿੱਚ ਕਿ ਕਾਫੀ ਜ਼ਿਆਦਾ ਸਿਵਲ ਵਾਰ ਹੈ, ਲੜਾਈ ਝਗੜਾ ਆਪਸ ਦੇ ਵਿੱਚ ਹੈ। ਤੇ ਅਮਰੀਕਾ ਸਰਕਾਰ ਨੇ ਉਹਨਾਂ ਨੂੰ ਜਿਹੜੇ ਇਥੋਪੀਅਨ ਬੰਦੇ ਨੇ ਉਹ ਟੈਂਪਰਰੀ ਪ੍ਰੋਟੈਕਟਿਡ ਸਟੇਟਸ ਗ੍ਰਾਂਟ ਕਰਤਾ 18 ਮਹੀਨਿਆਂ ਲਈ। ਤੇ ਜਿਹੜੇ ਰਫਲੀ ਉਹ ਕਹਿੰਦੇ 27,000 ਬੰਦਾ ਇਹਦੇ ਵਿੱਚ TPS ਸਟੇਟਸ ਅਪਲਾਈ ਜਿਹੜਾ ਕਰੇਗਾ। ਤੇ ਇਹ ਜਿਹੜਾ ਟੈਂਪਰਰੀ ਸਟੇਟਸ ਹੈਗਾ ਜਿਹਨੂੰ TPS ਕਹਿੰਦੇ ਹਾਂ ਅਸੀਂ, ਇਹਦੇ 'ਚ ਬੰਦਾ ਗ੍ਰੀਨ ਕਾਰਡ ਨਹੀਂ ਲੈ ਸਕਦਾ ਲੇਕਿਨ ਰਹਿ ਸਕਦਾ। ਸੋ ਇਥੋਪੀਆ ਦੇ ਲੋਕਾਂ ਵਾਸਤੇ 18 ਮਹੀਨਿਆਂ ਲਈ ਇਹ ਜਿਹੜਾ ਹੈਗਾ ਉਹ ਗ੍ਰਾਂਟ ਕੀਤਾ ਗਿਆ। ਹੁਣ ਜਿਹੜੇ ਕਈ ਬੰਦਿਆਂ ਨੂੰ ਪਹਿਲਾਂ ਵੀ TPS ਸਟੇਟਸ ਮਿਲਿਆ ਸੀ, ਜਿਹੜੇ ਖਾਸ ਕਰਕੇ ਕਿ ਸੈਂਟਰਲ ਅਮਰੀਕਨ ਕੰਟਰੀਜ਼ 'ਚੋਂ ਹੈਗੇ ਨੇ, ਇਹ ਹੈਗਾ ਨਿਕਾਰਾਗੁਆ, ਐਲ ਸੈਲਵਾਡੋਰ, ਹੰਡੋਰਸ ਤੇ ਨੇਪਾਲ। ਤੇ ਇਹਨਾਂ ਨੂੰ ਗੌਰਮੈਂਟ ਨੇ ਦਿੱਤਾ ਸੀ ਅਰਾਊਂਡ 3,37,000 ਬੰਦੇ ਦੇ ਵਿੱਚ ਹੈਗੇ ਆ ਜਿਨ੍ਹਾਂ ਨੂੰ ਅੱਗੇ ਮਿਲਿਆ ਹੋਇਆ। ਤੇ ਇਹਨਾਂ ਦਾ ਅਜੇ ਉਹ ਜਿਹੜੀ ਹੈਗੀ ਆ ਉਹ ਟਰਮ ਖਤਮ ਹੋਣ ਜਾ ਰਹੀ ਆ। ਤੇ ਇਹਨਾਂ ਨੇ ਕੋਰਟ ਦੇ ਵਿੱਚ ਰੁਖ ਕੀਤਾ ਆ ਕਿ ਸਾਨੂੰ ਐਕਸਟੈਂਡ ਹੋਰ ਫਰਦਰ ਜਿਹੜਾ ਹੈਗਾ ਉਹ ਕੀਤਾ ਜਾਵੇ, ਕਿਉਂਕਿ ਇਹਨਾਂ ਦਾ ਜਿਹੜਾ ਸਟੇਟਸ ਸੀਗਾ ਉਹ ਜਿਹੜੀ ਪਿਛਲੀ ਸਰਕਾਰ ਆ ਟਰੰਪ ਨੇ ਖ਼ਤਮ ਕਰਤਾ ਸੀ, ਪਹਿਲਾਂ ਮਿਲਿਆ ਹੋਇਆ ਸੀ। ਤੇ ਫਿਰ ਜਿਹੜੀ ਇਹਨਾਂ ਦੀ ਕੋਈ ਗੌਰਮੈਂਟ ਨਾਲ ਅਜੇ ਤੱਕ ਅਗਰੀਮੈਂਟ ਨਹੀਂ ਹੋਇਆ ਤੇ ਇਹ ਹੁਣ ਆਊਟ ਆਫ ਸਟੇਟਸ ਹੈਗੇ ਨੇ। ਤੇ ਇਹਨਾਂ ਨੇ ਹੁਣ ਕੋਰਟ ਦਾ ਰੁਖ ਕੀਤਾ ਕਿ ਸਾਨੂੰ ਉੱਥੋਂ ਜਿਹੜਾ ਸਟੇਟਸ ਹੈ ਉਹ ਮਿਲ ਸਕੇ। ਇੱਕ ਹੋਰ ਬੜੀ ਇੰਪੋਰਟੈਂਟ ਖਬਰ ਆ ਉਹ ਇਹ ਹੈਗੀ ਆ ਕਿ USCIS ਨੇ ਫਲੈਕਸੀਬਿਲਿਟੀਜ਼ ਜਿਹੜੀਆਂ ਪਿੱਛੇ ਮਹਾਮਾਰੀ ਕਰਕੇ ਉਹ ਟਾਈਮ ਜਿਹੜਾ ਸੀਗਾ ਉਹ ਜ਼ਿਆਦਾ ਦੇ ਦਿੰਦੇ ਸੀਗੇ ਜੇ ਕਿਸੇ ਨੇ ਕੋਈ ਪੇਪਰ ਜਮ੍ਹਾਂ ਕਰਾਉਣੇ ਆ ਜਾਂ ਰੀਓਪਨ ਕਰਨਾ,
ਉਹ ਵਧਾ ਦਿੱਤੀ ਹੈ ਡੈਡਲਾਈਨ। ਤੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਸਰਟਨ ਏਜੰਸੀ ਰਿਕੁਐਸਟ ਨੇ ਉਹਨਾਂ ਨੂੰ RFEs ਵਗੈਰਾ ਹੁੰਦੀਆਂ ਨੇ, ਰੀਓਪਨ ਦੇ ਕੇਸ ਹੁੰਦੇ ਨੇ, ਉਹ ਜਨਵਰੀ 24 2023 ਤੱਕ ਵਧਾ ਦਿੱਤਾ। ਤੇ ਉਹਨਾਂ ਨੇ ਕਿਹਾ ਦ ਏਜੰਸੀ ਸੈਡ ਇਟ ਵਿਲ ਕੰਸੀਡਰ ਅ ਫਾਰਮ ਔਰ ਰਿਸਪੌਂਸ ਰਿਸੀਵਡ 60 days ਬਿਯੋਂਡ ਦ ਡਿਊ ਡੇਟ ਆਊਟਲਾਈਨਡ ਇਨ ਦ ਨੋਟਿਸ ਇਫ ਦ ਨੋਟਿਸ ਔਰ ਰਿਕੁਐਸਟ ਵਾਜ਼ ਇਸ਼ੂਡ ਬਿਟਵੀਨ ਮਾਰਚ 1 2020 ਤੇ ਜਨਵਰੀ 24 2023। ਇਹ ਜੀ ਬੜੀ ਇੰਪੋਰਟੈਂਟ ਖਬਰ ਆ ਕਿ ਜੇ ਕਿਸੇ ਨੂੰ ਕੋਈ ਰਿਕੁਐਸਟ ਫॉर ਐਵੀਡੈਂਸ ਆਇਆ ਜਾਂ ਕਿਸੇ ਦਾ ਕੇਸ ਡਿਨਾਈ ਹੋਇਆ USCIS ਤੋਂ ਉਹਨਾਂ ਨੇ ਅਪੀਲ ਕਰਨ ਲਈ ਕਿਹਾ ਉਹਨੂੰ, ਜਾਂ ਮੋਸ਼ਨ ਟੂ ਰੀਓਪਨ ਕਰਨ ਲਈ ਕਿਹਾ, ਜਾਂ ਕਿਸੇ ਕੋਲੋਂ ਕੋਈ ਐਵੀਡੈਂਸ ਮੰਗੀ ਆ, ਤਾਂ ਆਮ ਤੌਰ 'ਤੇ ਜਿਹੜਾ ਟਾਈਮ ਜਿੰਨਾ ਹੁੰਦਾ 90 ਦਿਨ ਦਾ ਜਾਂ 30 ਦਿਨ ਦਾ, ਉਹ ਟਾਈਮ ਉਹਨੂੰ 60 ਦਿਨ ਐਕਸਟਰਾ ਮਿਲ ਜਾਣਗੇ ਜੇ ਉਹ ਜਿਹੜਾ ਵੀ ਲੈਟਰ ਇਮੀਗ੍ਰੇਸ਼ਨ ਤੋਂ ਆਇਆ ਉਹ ਮਾਰਚ 1 2020 ਤੋਂ ਲੈ ਕੇ ਤੇ ਜਨਵਰੀ 24 2023 ਤੱਕ ਦਾ ਆ। ਸੋ ਜੇ ਹੁਣ ਕਿਸੇ ਨੂੰ ਕੋਈ ਲੈਟਰ ਆਇਆ ਜਿਹਦੇ ਵਿੱਚ ਕੋਈ ਐਵੀਡੈਂਸ ਮੰਗੀ ਗਈ ਆ ਤੇ ਉਹ ਬੰਦਾ ਨਹੀਂ ਟਾਈਮ 'ਤੇ ਦੇ ਸਕਿਆ, ਉਹਦੇ ਕੋਲ 60 days ਐਕਸਟਰਾ ਹੋਣਗੇ ਉਹਨੂੰ ਜਮ੍ਹਾਂ ਕਰਾਉਣ ਦੇ। ਇਹ ਸਾਰੇ ਕੇਸਾਂ 'ਤੇ ਲਾਗੂ ਆ ਜਿਹੜੇ ਕਿ USCIS ਕੋਲ ਨੇ। ਇਹਦੇ ਵਿੱਚ ਜ਼ਿਆਦਾ ਕੇਸ ਨੇ ਹਸਬੈਂਡ ਵਾਈਫ ਦੇ, ਜਦੋਂ ਜਿਹੜੇ ਵਿਆਹ ਦੇ ਕੇਸ ਹੁੰਦੇ ਨੇ, ਜਾਂ ਜਿਹੜੇ ਆਪਾਂ ਪੇਰੈਂਟਸ ਦਾ ਅਪਲਾਈ ਕਰਦੇ ਹਾਂ ਉਹ ਵੀ ਕੇਸ ਹੈਗੇ ਆ, ਭੈਣਾਂ ਭਰਾਵਾਂ ਦੇ ਵੀ ਹੈਗੇ ਜੇ ਕਿਸੇ ਨੂੰ RFE ਮੰਗੀ ਗਈ ਆ। ਸੋ ਜਿੰਨੀਆਂ ਵੀ ਪਟੀਸ਼ਨਾਂ ਇਮੀਗ੍ਰੇਸ਼ਨ 'ਚ ਕੀਤੀਆਂ ਗਈਆਂ ਨੇ, ਜੇ ਉਹਦੀ ਕੋਈ ਰਿਕੁਐਸਟ ਫॉर ਐਵੀਡੈਂਸ ਮੰਗੀ, ਉਹਨਾਂ ਦੀ ਚਿੱਠੀ ਆਈ ਆ ਵੀ ਸਾਨੂੰ ਆਹ ਪ੍ਰੂਫ ਭੇਜੋ, ਬਰਥ ਸਰਟੀਫਿਕੇਟ ਭੇਜੋ, DNA ਭੇਜੋ, ਫਲਾਣਾ ਕਰੋ, ਇੱਦਾਂ ਦਾ, ਜਾਂ ਜੇ ਕਿਸੇ ਦਾ ਡਿਨਾਈ ਕੀਤਾ ਤੇ ਉਹਨਾਂ ਨੇ ਕਿਹਾ ਇਹਨੂੰ ਦੁਬਾਰਾ ਅਪੀਲ ਕਰੋ ਜਾਂ ਰੀਓਪਨ ਕਰੋ 290B ਤੇ ਜਿਹੜਾ ਫਾਰਮ ਹੈ, ਉਹਦਾ ਜਿਹੜਾ ਡਿਸੀਜਨ ਹੈ ਅਪੀਲਾਂ ਦਾ ਆਮ ਤੌਰ 'ਤੇ ਟਾਈਮ ਹੁੰਦਾ 30 ਦਿਨ ਦਾ, RFE ਦਾ ਟਾਈਮ ਜ਼ਿਆਦਾ ਹੁੰਦਾ ਥੋੜ੍ਹਾ ਜਿਹਾ। ਲੇਕਿਨ ਜੇ ਕਿਸੇ ਕੋਲ ਰਹਿ ਗਿਆ ਤਾਂ ਇਮੀਗ੍ਰੇਸ਼ਨ ਨੇ ਉਹ ਐਕਸਟੈਂਡ ਕਰਤਾ ਵੀ 60 ਦਿਨ ਐਕਸਟਰਾ ਉਹ ਲੈ ਸਕਦਾ। ਸੋ ਜੇ ਉਹ 30 ਦਿਨ ਤੋਂ ਬਾਅਦ ਵੀ ਕਰੇਗਾ ਤੇ ਉਹ ਵਿਦਿਨ 60 days ਸਾਨੂੰ ਮਿਲੇਗਾ ਤਾਂ ਅਸੀਂ ਇਹਨੂੰ ਐਕਸੈਪਟ ਕਰਾਂਗੇ। ਇਹ ਛੋਟ ਜਿਹੜੀ ਆ ਇਹ ਸ਼ੁਰੂ ਹੋਈ ਸੀ ਮਾਰਚ 1 2020 ਨੂੰ ਤੇ ਇਹ ਜਾਰੀ ਕਰ ਦਿੱਤੀ ਆ ਹੁਣ ਜਨਵਰੀ 24 2023 ਤੱਕ। ਸੋ ਜਨਵਰੀ 24 2023 ਤੱਕ ਜੇ ਕਿਸੇ ਦੀ ਕੋਈ RFE ਆਈ ਹੈ ਤਾਂ ਟਾਈਮ ਲੰਘ ਗਿਆ, ਜਾਂ ਕਿਸੇ ਦਾ ਕੇਸ ਡਿਨਾਈ ਹੋਇਆ ਟਾਈਮ ਲੰਘ ਗਿਆ, ਤਾਂ ਉਹ ਬੰਦਾ ਅੱਗੇ ਜਿਹੜੀ ਫਰਦਰ ਹੈਗੀ ਆ ਉਹ ਅਪੀਲ ਜਿਹੜੀ ਆ ਉਹ ਮਤਲਬ ਵਿਦਿਨ 60 days ਕਰ ਸਕਦਾ ਟਾਈਮ ਲੰਘਣ ਤੋਂ ਬਾਅਦ। ਪਰ ਇਹ ਜਿਹੜੀ ਡੈਡਲਾਈਨ ਹੈ ਇਹ ਜਨਵਰੀ 24 2023 ਦੀ ਆ। ਇਹ ਤੋਂ ਇਲਾਵਾ ਜਿਹੜੀ ਆਪਾਂ ਗੱਲ ਕਰਨੀ ਹੈ ਉਹ ਆਪਾਂ ਜਿਹੜੀ ਲੋਟਰੀ ਬਾਰੇ ਕਰਨੀ ਹੈ, ਤੇ ਕਾਫੀ ਜ਼ਿਆਦਾ ਸਵਾਲ ਆ ਰਹੇ ਨੇ। ਤੇ ਜਿਹੜਾ 2024 ਡਾਇਵਰਸਿਟੀ ਇਮੀਗ੍ਰੈਂਟ ਵੀਜ਼ਾ ਪ੍ਰੋਗਰਾਮ ਹੈ ਜਿਹਨੂੰ DV2 2024 ਕਹਿੰਦੇ ਆ। ਸੋ ਇਹਦੇ 'ਚ ਬੇਸਿਕਲੀ ਜਿਹੜੀ ਰਿਕੁਆਇਰਮੈਂਟ ਆ ਜਿਹੜੇ ਬੰਦਿਆਂ ਐਲੀਜੀਬਲ ਨੇ ਉਹ ਨੇ ਕਿ ਕੰਟਰੀਜ਼ ਵਿਦ ਹਿਸਟੋਰੀਕਲੀ ਲੋ ਰੇਟਸ ਆਫ ਇਮੀਗ੍ਰੇਸ਼ਨ ਟੂ ਦ ਯੂਨਾਈਟਿਡ ਸਟੇਟਸ। ਜਿਹੜੇ ਬੰਦੇ ਅਮਰੀਕਾ ਦੇ ਵਿੱਚ ਜਿਨ੍ਹਾਂ ਮੁਲਕਾਂ ਤੋਂ ਬਹੁਤ ਘੱਟ ਬੰਦੇ ਆ ਰਹੇ ਨੇ ਉਹ ਬੰਦੇ ਇਹਦੇ ਵਾਸਤੇ ਐਲੀਜੀਬਲ ਨੇ, ਜਿਨ੍ਹਾਂ ਤੋਂ ਜ਼ਿਆਦਾ ਆ ਰਹੇ ਨੇ ਉਹ ਕੰਟਰੀਆਂ ਐਲੀਜੀਬਲ ਨਹੀਂ ਹੈਗੀਆਂ। ਤੇ ਇਹਦੇ 'ਚ ਬੇਸਿਕਲੀ ਜਿਹੜੀ ਦੂਜੀ ਰਿਕੁਆਇਰਮੈਂਟ ਇਹ ਹੈਗੀ ਆ ਕਿ ਜਿਹੜਾ ਐਪਲੀਕੈਂਟ ਆ ਉਹਦੇ ਐਟਲੀਸਟ ਹਾਈ ਸਕੂਲ ਐਜੂਕੇਸ਼ਨ ਕੀਤੀ ਹੋਵੇ ਤੇ ਜਾਂ ਉਹਨੇ ਜਿਹੜੀ 12ਵੀਂ ਜਮਾਤ ਦਾ ਕੋਈ ਹੋਰ ਕੋਰਸ ਜਿਹੜਾ ਹਾਈ ਸਕੂਲ ਜਿੱਥੇ ਨਹੀਂ ਹੁੰਦਾ ਜਿਹੜੇ ਮੁਲਕਾਂ 'ਚ ਉੱਥੇ ਕੀਤਾ ਹੋਵੇ, ਜਾਂ ਫਿਰ ਜੇ ਨਹੀਂ ਕੀਤਾ ਤਾਂ 2 ਸਾਲ ਵਰਕ ਐਕਸਪੀਰੀਅੰਸ ਹੋਵੇ ਵਿਦਨ ਦ ਲਾਸਟ 5 years ਇਨ ਐਨੀ ਆਕੂਪੇਸ਼ਨ ਦੈਟ ਰਿਕੁਆਇਰਸ ਐਟਲੀਸਟ 2 years ਆਫ ਟ੍ਰੇਨਿੰਗ ਔਰ ਐਕਸਪੀਰੀਅੰਸ ਟੂ ਪਰਫਾਰਮ। ਜਾਂ ਕੰਮ ਕੀਤਾ ਹੋਵੇ ਇਹੋ ਜਿਹੀ ਜਗ੍ਹਾ ਜਿਹਦੇ 'ਚ ਕਿ 2 ਸਾਲ ਦੀ ਟ੍ਰੇਨਿੰਗ ਜਾਂ ਐਜੂਕੇਸ਼ਨ ਚਾਹੀਦੀ, ਜਿਵੇਂ ਕਿਸੇ ਨੇ ਕੋਈ ਡਿਪਲੋਮਾ ਕੀਤਾ ਉਦੋਂ ਬਾਅਦ ਕੰਮ ਕੀਤਾ ਤੇ ਉਹ ਕੰਮ ਦਾ ਐਕਸਪੀਰੀਅੰਸ ਚਾਹੀਦਾ। ਇਹ ਤੋਂ ਇਲਾਵਾ ਜਿਹੜਾ ਇਹਦਾ ਜਿਹੜਾ ਪ੍ਰੋਗਰਾਮ ਦੀ ਜਿਹੜੀ ਐਪਲੀਕੇਸ਼ਨਾਂ ਨੇ ਉਹ ਹੈਗੀਆਂ ਅਕਤੂਬਰ 5 2022 ਤੋਂ ਲੈ ਕੇ ਨਵੰਬਰ 8 2022 ਤੱਕ, ਉਹ ਤੱਕ ਇਹ ਜਿਹੜੀਆਂ ਐਪਲੀਕੇਸ਼ਨਾਂ ਲਈਆਂ ਜਾਣਗੀਆਂ। ਹੁਣ ਇਹਦੇ ਵਿੱਚ ਜਿਹੜੀ ਇੰਪੋਰਟੈਂਟ ਚੀਜ਼ ਹੈਗੀ ਆ, ਇਹ ਤੁਸੀਂ ਔਨਲਾਈਨ ਵੀ ਜਾ ਸਕਦੇ ਹੋ। ਇਹਦੇ ਲਈ ਇਹ ਹੈਗਾ dvprogram.state.gov। ਸੋ ਔਨਲਾਈਨ ਵੀ ਤੁਸੀਂ ਇਹਦਾ ਜਿਹੜਾ ਹੈਗਾ ਉਹ ਸਾਰਾ ਜੋ ਵੀ ਆ ਉਹ ਪਤਾ ਕਰ ਸਕਦੇ ਹੋ। ਲੇਕਿਨ ਇਹਦੇ ਵਿੱਚ ਜਿਹੜੀਆਂ ਕੰਟਰੀਆਂ ਇਨਕਲੂਡਡ ਨਹੀਂ ਆ ਉਹਨਾਂ ਵਿੱਚ ਇੰਡੀਆ ਹੈਗਾ। ਇੰਡੀਆ, ਪਾਕਿਸਤਾਨ, ਇਹ ਕੰਟਰੀਆਂ 'ਚ ਇਨਕਲੂਡਡ ਨਹੀਂ ਹੈਗੀਆਂ ਕਿਉਂਕਿ ਜ਼ਿਆਦਾਤਰ ਉਹੀ ਕੰਟਰੀਆਂ ਨੇ ਇਹਨਾਂ ਵਿੱਚ ਜਿਹੜੀਆਂ ਕੰਟਰੀਆਂ ਦਾ ਜਿਹੜਾ ਹੈਗਾ ਅਮਰੀਕਾ ਦੇ ਵਿੱਚ ਜਿਨ੍ਹਾਂ ਦਾ ਜਿਹੜੇ ਨੰਬਰਸ ਨੇ ਉਹ ਬਹੁਤ ਮਤਲਬ ਘੱਟ ਨੇ, ਥੋੜ੍ਹੇ ਬੰਦੇ ਆਉਂਦੇ ਆ। ਪਰ ਜਿਹੜੇ ਸਾਨੂੰ ਜ਼ਿਆਦਾ ਜਿਹੜੀਆਂ ਇਨਕੁਆਇਰੀਜ਼ ਆਉਂਦੀਆਂ ਨੇ ਉਹ ਇੰਡੀਆ ਤੋਂ ਆਉਂਦੀਆਂ ਨੇ। ਸੋ ਇੰਡੀਆ ਇਹਦੇ ਵਿੱਚ ਇਨਕਲੂਡਡ ਨਹੀਂ। ਜਿਹੜੇ ਇੰਡੀਅਨ ਮੂਲ ਦੇ ਬੰਦੇ ਨੇ ਉਹ ਇਹ ਨਹੀਂ ਅਪਲਾਈ ਜਿਹੜਾ ਹੈ ਉਹ ਕਰ ਸਕਦੇ, ਜਿਹੜੇ ਇੰਡੀਅਨ ਸਿਟੀਜ਼ਨ ਨੇ ਉਹ ਨਹੀਂ ਅਪਲਾਈ ਕਰ ਸਕਦੇ। ਸੋ ਇਹ ਤਾਂ ਇਹ ਹੈ। ਇਸ ਤੋਂ ਇਲਾਵਾ ਹੁਣ ਜਿਹੜੀ ਅਗਲੀ ਗੱਲ ਕਰਨੀ ਉਹ ਬਾਰਡਰ ਦੀ ਸਿਚੁਏਸ਼ਨ 'ਤੇ ਕਰਨੀ ਆ। ਬਾਰਡਰ ਦੀ ਸਿਚੁਏਸ਼ਨ 'ਤੇ ਅੱਗੇ ਨਾਲੋਂ ਥੋੜ੍ਹੀ ਜਿਹੀ ਸਖਤੀ ਹੈ, ਲੇਕਿਨ ਜਿਹੜੀਆਂ ਫੈਮਲੀਆਂ ਨਾਲ ਆ ਰਹੇ ਨੇ ਬੰਦੇ ਜਿਵੇਂ ਹਸਬੈਂਡ ਵਾਈਫ ਤੇ ਬੱਚੇ, ਉਹਨਾਂ ਨੂੰ ਸਟਿਲ ਬੜੀ ਜਲਦੀ ਜਿੱਦਾਂ 1-2 ਦਿਨ ਦੇ ਵਿੱਚ ਰਿਲੀਜ਼ ਕਰ ਦਿੱਤਾ ਜਾਂਦਾ, ਮਤਲਬ ਕਿਸੇ ਵੀ ਜਿਹੜਾ ਗਰੰਟਰ ਦੀ ਕਸਟਡੀ। ਪਰ ਜਿਹੜੇ ਵੱਡੀ ਉਮਰ ਦੇ ਆਉਂਦੇ ਆ ਉਹਨਾਂ ਨੂੰ ਇਹ ਜੇ ਉੱਥੇ ਨਾ ਛੱਡਣ, ਮਤਲਬ ਜਾਂ ਤਾਂ ਇਹ ਹੁੰਦਾ ਵੀ ਕੈਂਪ 'ਚ ਲੈ ਜਾਂਦੇ ਨੇ ਤੇ ਉੱਥੇ ਜਾ ਕੇ ਉਹਨਾਂ ਦੇ ਬਿਆਨ ਹੁੰਦੇ ਆ, ਜਾਂ ਨਹੀਂ ਵੀ ਹੁੰਦੇ ਛੱਡ ਦਿੰਦੇ, ਜਾਂ ਇਹਨਾਂ ਨੂੰ ਜਿਹੜੀ ਪੋਸਟ ਆ ਉੱਥੋਂ ਹੀ ਛੱਡ ਦਿੰਦੇ ਜਿਹਨੂੰ ਚੌਂਕੀ ਕਹਿੰਦੇ ਆ। ਸੋ ਜੇ ਉੱਥੋਂ ਨਾ ਛੱਡਣ ਤਾਂ ਫਿਰ ਕੈਂਪ ਦੇ ਵਿੱਚ ਬਿਆਨ ਹੁੰਦੇ ਨੇ, ਪਰ ਬਿਆਨ ਕਾਫੀ ਲੋਕਾਂ ਦੇ ਫੇਲ ਹੋ ਰਹੇ ਨੇ।
ਜੇ ਫੇਲ ਹੋ ਜਾਣ ਤਾਂ ਇਮੀਗ੍ਰੇਸ਼ਨ ਜੱਜ ਜਿਹੜਾ ਉਹਦੇ ਕੋਲ ਇੱਕ ਚਾਂਸ ਹੁੰਦਾ, ਜੇ ਉੱਥੇ ਵੀ ਫੇਲ ਹੋ ਜੇ ਫਿਰ ਉਸ ਤੋਂ ਬਾਅਦ ਚਾਂਸ ਜਿਹੜਾ ਹੈਗਾ ਉਹ ਘਟ ਜਾਂਦਾ, ਬੰਦਾ ਬਾਹਰ ਨਹੀਂ ਆ ਸਕਦਾ। ਕੇਸ ਜਿਹੜਾ ਹੈਗਾ ਉਹ ਅੱਗੇ ਅਸਾਈਲਮ ਨਹੀਂ ਅਪਲਾਈ ਹੁੰਦਾ, ਨਾ ਇਹਦੀ ਕੋਈ ਅਪੀਲ ਹੁੰਦੀ ਆ। ਜੇ ਬਿਆਨ ਪਾਸ ਹੋ ਜਾਣ ਤਾਂ ਉਹ ਬੌਂਡ ਵਾਸਤੇ ਰਿਕੁਐਸਟ ਕਰ ਸਕਦਾ ਇਮੀਗ੍ਰੇਸ਼ਨ ਜੱਜ ਕੋਲ, ਜੇ ਉਹ ਬੌਂਡ ਹੋ ਜੇ ਠੀਕ ਆ, ਨਹੀਂ ਫਿਰ ਅੰਦਰ ਹੀ ਕੇਸ ਲੜਨਾ ਪੈਂਦਾ। ਪਰ ਜਿਨ੍ਹਾਂ ਦੇ ਬਿਆਨ ਨਹੀਂ ਹੁੰਦੇ ਉਹਨਾਂ ਨੂੰ ਇਹ ਜਾਂ ਤਾਂ ਆਈਸ ਵਾਲੇ ਰਿਲੀਜ਼ ਕਰਨ ਦੇ ਜਾਂ ਇਮੀਗ੍ਰੇਸ਼ਨ ਜੱਜ ਰਿਲੀਜ਼ ਕਰਦੇ ਆ। ਸੋ ਇਹ ਕੰਡੀਸ਼ਨ ਜਿਹੜੀ ਆ ਉਸ ਜਿਹੜੇ ਸਾਰੇ ਸੈਂਟਰਾਂ ਦੀ ਹੈਗੀ ਆ, ਪਰ ਅੱਗੇ ਨਾਲੋਂ ਜਿਹੜੀ ਆ ਉਹ ਸਖਤੀ ਦੇਖਣ ਨੂੰ ਜ਼ਰੂਰ ਮਿਲ ਰਹੀ ਆ। ਇਹਦੇ ਨਾਲ ਜਿਹੜੀ ਹੋਰ ਇੱਕ ਖਬਰ ਹੈਗੀ ਆ ਉਹ ਹੈਗੀ ਆ ਜਿਹੜੀਆਂ ਇੰਟਰਵਿਊਜ਼ ਵਗੈਰਾ ਹੋ ਰਹੀਆਂ ਨੇ USCIS ਵੱਲੋਂ ਗ੍ਰੀਨ ਕਾਰਡ ਦੀਆਂ ਤੇ ਸਿਟੀਜ਼ਨਸ਼ਿਪ ਦੀਆਂ। ਇਹਦੇ ਵਿੱਚ ਜਿਹੜੀਆਂ ਗ੍ਰੀਨ ਕਾਰਡ ਦੀਆਂ ਇੰਟਰਵਿਊਜ਼ ਨੇ ਹੁਣ ਸਕੈਜੂਲ ਹੋਣੀਆਂ ਸ਼ੁਰੂ ਹੋਈਆਂ ਨੇ। ਜਿਹੜਾ ਪੁਰਾਣਾ ਬੈਕਲੌਗ ਆ ਉਹ ਜ਼ਰੂਰ ਆ, ਪਰ ਥੋੜ੍ਹਾ ਜਿਹਾ ਟਾਈਮ ਅੱਗੇ ਨਾਲੋਂ ਘਟਿਆ। ਪਰ ਜਿਹੜੀਆਂ ਸਿਟੀਜ਼ਨਸ਼ਿਪ ਦੀਆਂ ਇੰਟਰਵਿਊਜ਼ ਨੇ ਉਹਨਾਂ 'ਚ ਕਾਫੀ ਟਾਈਮ ਘਟਿਆ। ਉਹਨਾਂ ਦੇ ਵਿੱਚ ਜਿਹੜੀ ਇੰਟਰਵਿਊ ਹੈਗੀ ਆ ਉਹ ਹੁਣ ਦੇਖਣ ਨੂੰ ਮਿਲ ਰਹੀ ਆ ਵੀ 6 ਮਹੀਨੇ ਦੇ ਅੰਦਰ ਅੰਦਰ ਕਾਫੀ ਲੋਕਾਂ ਨੂੰ ਇੰਟਰਵਿਊਜ਼ ਆ ਰਹੀਆਂ ਨੇ, ਪਰ ਉਹ ਹਰੇਕ ਤੇ ਨਹੀਂ ਅਪਲਾਈ ਹੁੰਦਾ। ਪਰ ਜ਼ਿਆਦਾਤਰ ਲੋਕਾਂ ਨੂੰ ਜਦੋਂ ਅਪਲਾਈ ਕਰਦੇ ਆ ਉਹ 6 ਮਹੀਨੇ 'ਚ ਆ ਰਹੀਆਂ ਨੇ। ਜਿਹੜਾ ਟਾਈਮ ਅੱਗੇ ਸੀਗਾ ਸਾਲ ਤੋਂ 1.5 ਸਾਲ ਦਾ, ਉਹ ਟਾਈਮ ਘਟ ਕੇ ਹੁਣ 6 ਮਹੀਨੇ ਰਹਿ ਗਿਆ। ਸੋ ਕਾਫੀ ਜਿਹੜੇ ਲੋਕ ਨੇ ਉਹ 6 ਮਹੀਨੇ ਦੇ ਵਿੱਚ ਇੰਟਰਵਿਊਜ਼ ਜਿਹੜੀਆਂ ਉਹ ਕਰ ਰਹੇ ਨੇ। ਅਗਲੀ ਜਿਹੜੀ ਖਬਰ ਲਾਸਟ ਟਾਈਮ ਵੀ ਦੱਸੀ ਸੀ ਉਹਦੀ ਵੀ ਅਪਡੇਟ ਆ ਕਿ ਸਰਕਾਰ ਨੇ ਜਿਹੜੇ ਵੈਨਜ਼ੂਏਲਾ ਤੋਂ ਲੋਕ ਆਏ ਆ ਉਹਨਾਂ 'ਤੇ ਕ੍ਰੈਕਡਾਊਨ ਕੀਤਾ। ਇਹ ਜਿਹੜਾ ਕ੍ਰੈਕਡਾਊਨ ਆ ਇਹਦੇ 'ਤੇ ਉਹਨਾਂ ਨੂੰ ਟਾਈਟਲ 42 ਲਾਇਆ, ਕਿਉਂਕਿ ਉੱਥੋਂ ਬਹੁਤ ਵੱਡੇ ਕਾਫਲੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਉਂਦੇ ਆ ਤੇ ਉਹਨਾਂ ਨੂੰ ਰੋਕਣ ਵਾਸਤੇ ਇਹਨਾਂ ਨੇ ਜਿਹੜਾ ਹੈਗਾ ਉਹ ਇਹ ਕਿਹਾ ਵੀ ਸਿਰਫ 24,000 ਬੰਦਾ ਅਲਾਓ ਹੋਊਗਾ ਇੱਥੇ ਆਉਣ ਲਈ ਸਾਲ 'ਚ, ਤੇ ਬਾਕੀਆਂ ਨੂੰ ਜਿਹੜਾ ਉਹ ਮੋੜਿਆ ਜਾਊਗਾ। ਸੋ ਇਹਨਾਂ ਨੇ ਹੁਣ ਕਾਫੀ ਲੋਕਾਂ ਨੂੰ ਜਿਹੜਾ ਉੱਥੋਂ ਮੋੜਨਾ ਸ਼ੁਰੂ ਕਰ ਦਿੱਤਾ, ਆਲਰੇਡੀ ਲਾਗੂ ਕਰਤਾ। ਜਿਹੜੇ ਬੰਦੇ ਹੁਣ ਉੱਥੋਂ ਜਿਹੜੇ ਹੈਗੇ ਆ ਉਹ ਮੈਕਸੀਕੋ ਦੇ ਵਿੱਚ ਰਹਿ ਕੇ ਹੀ ਆਪਣਾ ਕੇਸ ਜਿਹੜਾ ਉਹ ਫਾਈਟ ਕਰ ਸਕਣਗੇ। ਤੇ ਇਹ ਜਿਹੜਾ ਟਾਈਟਲ 42 ਆ ਇਹ ਜਦੋਂ ਪਿੱਛੇ ਮਹਾਮਾਰੀ ਸ਼ੁਰੂ ਹੋਈ ਸੀ ਉਹਦੇ ਵਿੱਚ ਜਿਹੜੀ ਪਿਛਲੀ ਸਰਕਾਰ ਸੀ ਉਹਨੇ ਇੱਕ ਪ੍ਰੋਵੀਜ਼ਨ ਬਣਾਈ ਸੀ ਵੀ ਇੱਥੇ ਜਦੋਂ ਬੰਦੇ ਆਉਣਗੇ ਬਿਮਾਰੀ ਫੈਲਾਉਣਗੇ, ਇਹਦੇ ਕਰਕੇ ਰੋਕਿਆ ਜਾਵੇ। ਉਹ ਹੁਣ ਇਹਨਾਂ ਨੇ ਬਾਕੀਆਂ ਤੇ ਤਾਂ ਹਟਾ ਦਿੱਤਾ ਜਿਹੜੇ ਬਾਕੀ ਹੋਰ ਨੇ, ਪਰ ਜਿਹੜੇ ਵੈਨਜ਼ੂਏਲਾ ਤੋਂ ਲੋਕ ਆਉਂਦੇ ਆ ਉਹਨਾਂ ਤੇ ਲੱਗਿਆ। ਉਹ ਆਪਾਂ ਲਾਸਟ ਟਾਈਮ ਵੀ ਦਿੱਤੀ ਸੀ ਇਨਫੋਰਮੇਸ਼ਨ, ਉਹ ਇਹਨਾਂ ਨੇ ਹੁਣ ਜਿਹੜਾ ਹੈਗਾ ਇੰਪਲੀਮੈਂਟ ਉਹਨੂੰ ਕਰਨਾ ਜਿਹੜਾ ਹੈਗਾ ਉਹ ਸ਼ੁਰੂ ਕਰ ਦਿੱਤਾ ਆ। ਬਾਕੀ ਜਿਹੜੀ ਇਮੀਗ੍ਰੇਸ਼ਨ ਕੋਰਟਾਂ ਦੀ ਗੱਲ ਆ, ਸੋ ਜਿਹੜੇ ਇਮੀਗ੍ਰੇਸ਼ਨ ਜਿਨ੍ਹਾਂ ਦੇ ਕੇਸ ਕੋਰਟਾਂ ਦੇ ਵਿੱਚ ਹੁਣ ਜਾਂਦੇ ਆ ਇੱਥੇ ਅਮਰੀਕਾ ਦੇ ਵਿੱਚ, ਉਹ ਜਿਹੜਾ ਅੱਗੇ ਸਰਕਾਰ ਦੀ ਪਾਲਿਸੀ ਸੀਗੀ ਕਿ ਜਿਹੜਾ 60 ਦਿਨ ਜਾਂ 140 ਦਿਨ ਜਾਂ 180 ਦਿਨ ਦੇ ਵਿੱਚ ਫੈਸਲਾ ਕਰਾਂਗੇ, ਉਹ ਪਾਲਿਸੀ ਨਹੀਂ ਲਾਗੂ ਹੋਈ। ਸੋ ਕਿਉਂਕਿ ਬਹੁਤ ਜ਼ਿਆਦਾ ਲਾਰਜ ਨੰਬਰ ਦੇ ਵਿੱਚ ਲੋਕ ਆ ਰਹੇ ਨੇ, ਜੱਜਾਂ ਦੀ ਗਿਣਤੀ ਘੱਟ ਆ, ਸੋ ਇਸ ਕਰਕੇ ਜਿਹੜੇ ਹੁਣ ਆਉਂਦੇ ਆ ਇਹਨਾਂ ਨੂੰ ਜਿਹੜੀਆਂ ਡੇਟਾਂ ਮਿਲ ਰਹੀਆਂ ਨੇ ਉਹ ਅਗਲੇ ਸਾਲ ਦੀਆਂ ਮਿਲ ਰਹੀਆਂ ਜ਼ਿਆਦਾ ਲੋਕਾਂ ਨੂੰ। ਉਹਦਾ ਫਾਇਦਾ ਇਹ ਹੋਏਗਾ ਕਿ ਜੇ ਉਹ ਅਸਾਈਲਮ ਲਾ ਦੇਣਗੇ ਉਹਨਾਂ ਨੂੰ ਡੇਟ ਜਿਹੜੀ ਪਹਿਲੀ ਮਾਸਟਰ ਤੋਂ ਪਹਿਲਾਂ ਵਰਕ ਪਰਮਿਟ ਜ਼ਿਆਦਾ ਲੋਕਾਂ ਨੂੰ ਮਿਲ ਜਾਏਗਾ, ਕਿਉਂਕਿ ਡੇਟਾਂ ਜਿਹੜੀਆਂ ਨੇ ਉਹ ਨੈਕਸਟ ਈਅਰ ਦੀਆਂ ਦੇ ਰਹੇ ਨੇ। ਅਤੇ ਉਹ ਜਿਹੜਾ ਇਹਨਾਂ ਦੀ ਪਹਿਲਾਂ ਸਕੀਮ ਸੀ, ਪ੍ਰੋਗਰਾਮ ਸੀ ਵੀ 180 ਦਿਨ ਦੇ ਵਿੱਚ ਕੇਸ ਫਾਈਨਲੀ ਉਹਦਾ ਫੈਸਲਾ ਹੋ ਜਾਏਗਾ ਜਾਂ ਅਸਾਈਲਮ ਅਫਸਰ ਕੋਲ ਭੇਜਣਗੇ, ਉਹ ਗੱਲਾਂ ਜਿਹੜੀਆਂ ਨੇ ਉਹ ਅਜੇ ਤੱਕ ਸਰਕਾਰ ਨੇ ਨਹੀਂ ਇੰਪਲੀਮੈਂਟ ਜਿਹੜੀਆਂ ਉਹ ਕੀਤੀਆਂ। ਸੋ ਇਹਦੇ ਨਾਲ ਜਿਹੜੀ ਬੈਕਲੌਗ ਦੀ ਖਬਰ ਆ ਉਹ ਇਹ ਹੈਗੀ ਆ ਕਿ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ, ਹੋਰ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹ ਵੀ ਕੋਸ਼ਿਸ਼ ਕਰ ਰਹੀਆਂ ਨੇ ਕਿ ਜਿਹੜਾ ਇਹ ਬਹੁਤ ਜ਼ਿਆਦਾ F4 ਕੈਟਾਗਰੀ F3 ਦੇ ਵਿੱਚ ਬੈਕਲੌਗ ਹੈ ਇਹਨੂੰ ਕਿਸੇ ਤਰ੍ਹਾਂ ਦੂਰ ਕੀਤਾ ਜਾਵੇ। ਉਹਦੇ ਬਾਰੇ ਸਾਡੀ ਅਮਰੀਕਨ ਲੀਡਰਾਂ ਨਾਲ ਗੱਲਬਾਤ ਹੋਈ ਆ, ਅਸੀਂ ਉਹਨਾਂ ਨੂੰ ਜਿਹੜੀ ਲਿਖ ਕੇ ਪਟੀਸ਼ਨ ਦਿੱਤੀ ਆ ਵੀ ਇਹਨੂੰ ਕਰੋ। ਹੁਣ ਦੇਖੋ ਤੇ ਕੀ ਅਸਰ ਹੁੰਦਾ, ਲੇਕਿਨ ਬਹੁਤ ਜ਼ਿਆਦਾ ਜਾਣੀ ਕਿ ਗੱਲ ਨਿਰਾਸ਼ਾ ਵਾਲੀ ਆ ਕਿ ਇਹ ਕੈਟਾਗਰੀਆਂ ਅੱਗੇ ਨਹੀਂ ਤੁਰ ਰਹੀਆਂ। ਇਹਨਾਂ 'ਚ ਕਾਫੀ ਜ਼ਿਆਦਾ ਬੈਕਲੌਗ ਹੈ ਅਤੇ ਬਹੁਤ ਜ਼ਿਆਦਾ ਟਾਈਮ ਉੱਥੇ ਵੇਟ ਕਰਨਾ ਜਿਹੜਾ ਹੈਗਾ ਉਹ ਪੈ ਰਿਹਾ। ਅਤੇ ਇਸ ਤੋਂ ਇਲਾਵਾ ਜਿਹੜੀ ਹੋਰ ਇੱਕ ਇੰਪੋਰਟੈਂਟ ਖਬਰ ਹੈਗੀ ਆ ਉਹ ਵਰਕ ਪਰਮਿਟਸ ਬਾਰੇ ਆ ਕਿ ਜਿਹੜੇ ਵਰਕ ਪਰਮਿਟ ਨੇ ਉਹ ਹੁਣ ਜਦੋਂ ਆਪਾਂ ਰਿਨਿਊਅਲ ਕਰਾਉਂਦੇ ਆ ਆਮ ਤੌਰ 'ਤੇ ਉਹਨੂੰ ਸਾਲ ਤੋਂ ਉੱਪਰ ਦਾ ਟਾਈਮ ਲੱਗ ਰਿਹਾ, ਕਿ ਇਹਨੂੰ 1.5 ਸਾਲ ਵੀ ਲੱਗ ਰਿਹਾ, ਪਰ ਕਈ ਕੇਸਾਂ ਦੇ ਵਿੱਚ ਥੋੜ੍ਹੇ ਜਿਹੇ ਫਾਸਟ ਹੋਣੇ ਸ਼ੁਰੂ ਹੋ ਗਏ ਨੇ। ਅਸੀਂ ਆਹ 3-4 ਬੰਦਿਆਂ ਦੇ ਕੀਤੇ ਸੀ ਰਿਨਿਊਅਲ, ਉਹਨਾਂ ਦਾ 4-4 ਮਹੀਨੇ 'ਚ ਆਏ ਆ, ਪਰ ਉਹ ਹਰੇਕ 'ਤੇ ਲਾਗੂ ਨਹੀਂ ਆ, ਪਿਕ ਐਂਡ ਚੂਜ਼ ਹੀ ਆ ਵੀ ਕਈਆਂ ਦੇ ਤਾਂ ਟਾਈਮ ਬਹੁਤ ਲੱਗ ਰਿਹਾ, ਕਈਆਂ ਨੂੰ ਘੱਟ ਲੱਗ ਰਿਹਾ। ਪਰ ਜਦੋਂ ਆਪਾਂ ਇਨੀਸ਼ੀਅਲੀ ਅਪਲਾਈ ਕਰਦੇ ਆ ਉਹ 1.5 ਸਾਲ ਦੀ ਐਕਸਟੈਂਸ਼ਨ ਦੇ ਦਿੰਦੇ ਆ ਵਰਕ ਪਰਮਿਟ ਦੀ, ਲੇਕਿਨ ਉਹਦੇ ਵਿੱਚ ਆਉਂਦਾ। ਪਰ ਹੁਣ ਦੇਖਣ ਨੂੰ ਮਿਲ ਰਿਹਾ ਵੀ ਕਈ ਲੋਕਾਂ ਨੂੰ ਥੋੜ੍ਹੇ ਜਿਹੇ ਫਾਸਟ ਮਿਲ ਰਹੇ ਨੇ, ਪਰ ਉਹ ਸਾਰਿਆਂ ਨੂੰ ਨਹੀਂ ਆ ਵੀ ਆਪਾਂ ਕਹਿ ਦਈਏ ਵੀ ਹਰੇਕ ਬੰਦੇ ਨੂੰ ਹੀ ਹੁਣ ਤੇਜ਼ ਹੋ ਗਿਆ, ਇੱਦਾਂ ਦਾ ਨਹੀਂ ਆ। ਪਰ ਕੁਝ ਬੰਦਿਆਂ ਨੂੰ ਅਸੀਂ ਦੇਖਿਆ ਵੀ ਜਿਹੜੀ ਰਿਨਿਊਅਲ ਕਰਾਈ ਆ ਉਹ ਉਹਨਾਂ ਦੇ ਜਿਹੜੇ ਆ ਉਹ ਹੁਣ ਫਾਸਟ ਆ ਰਹੇ ਨੇ। ਪਰ ਜਿਹੜਾ ਫਸਟ ਟਾਈਮ ਇਸ਼ੂ ਹੁੰਦਾ, ਜਿਹੜਾ ਇਨੀਸ਼ੀਅਲ ਵਰਕ ਪਰਮਿਟ ਆ ਜਿਹਨੂੰ ਕਦੇ ਨਹੀਂ ਮਿਲਿਆ, ਉਹਨੇ ਪਹਿਲੀ ਵਾਰ ਲੈਣਾ 180 ਦਿਨ ਬਾਅਦ, ਉਹਨੂੰ ASAP ਦੀ ਮੈਂਬਰਸ਼ਿਪ ਜਿਹੜੀ ਲੈ ਕੇ ਜਦੋਂ ਅਪਲਾਈ ਕਰਦਾ ਅਤੇ ਉਹ ਤਕਰੀਬਨ 1.5 ਤੋਂ 2 ਮਹੀਨੇ ਦੇ ਵਿੱਚ ਹੁਣ ਇਸ ਟਾਈਮ 'ਤੇ ਆ ਰਿਹਾ। ਸੋ ਇਹ ਸੀਗੀਆਂ ਜਿਹੜੀਆਂ ਇੰਪੋਰਟੈਂਟ ਖਬਰਾਂ ਤੁਹਾਡੇ ਨਾਲ ਮੈਂ ਸ਼ੇਅਰ ਕਰਨੀਆਂ ਚਾਹੁੰਦਾ ਸੀ। ਅਤੇ ਹੁਣ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਆਪਾਂ ਦੇਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਸਾਰਿਆਂ ਤੋਂ ਪਹਿਲਾਂ ਤਾਂ ਕਈ ਲੋਕ ਜਿਹੜੇ ਨੇ ਉਹ ਧੰਨਵਾਦ ਕਰ ਰਹੇ ਆ ਕਿ ਤੁਸੀਂ ਜਾਣਕਾਰੀ ਦਿੰਦੇ ਹੋ। ਇਹ ਮੇਰੀ ਜਿਹੜੀ ਹੈਗੀ ਆ ਉਹ ਖੁਸ਼ਕਿਸਮਤੀ ਹੈ ਜੀ ਕਿ ਮੈਨੂੰ ਇਹ ਜਿਹੜਾ ਹੈਗਾ ਪਰਮਾਤਮਾ ਨੇ ਮੌਕਾ ਦਿੱਤਾ ਕਿ ਮੈਂ ਜਿਹੜੀਆਂ ਇਹ ਖਬਰਾਂ ਨੇ ਜਾਂ ਨੌਲੇਜ ਹੈ ਉਹ ਤੁਹਾਡੇ ਨਾਲ
ਸਰਲ ਸ਼ਬਦਾਂ ਦੇ ਵਿੱਚ ਈਜ਼ੀ ਪੰਜਾਬੀ ਦੇ ਵਿੱਚ ਸ਼ੇਅਰ ਕਰਾਂ। ਸੋ ਇਹਦੇ 'ਚ ਤੁਹਾਡਾ ਵੀ ਬਹੁਤ ਧੰਨਵਾਦ ਹੈ ਜਿਹੜੇ ਕਿ ਇਹਨੂੰ ਸੁਣਦੇ ਹੋ, ਸ਼ੇਅਰ ਕਰਦੇ ਹੋ। ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ, ਲਾਈਕ ਕਰੋ। ਬਾਕੀ ਅਸੀਂ ਇਸ ਤੋਂ ਇਲਾਵਾ ਹੋਰ ਪਲੇਟਫਾਰਮਸ 'ਤੇ ਵੀ ਹੈਗੇ, ਇੰਸਟਾਗ੍ਰਾਮ 'ਤੇ ਵੀ ਹੈਗੇ, ਟਿਕਟੋਕ 'ਤੇ ਵੀ ਹੈਗੇ ਆ, ਉਹ ਵੀ ਦੇਖੋ। ਅਗਲਾ ਸਵਾਲ ਹੈ ਜੀ ਕਿ ਮੇਰਾ ਕੇਸ F3 ਕੈਟੇਗਰੀ ਆ, ਅਪਲਾਈ 2016 ਵਿੱਚ ਕੀਤਾ ਸੀ, ਕਿੰਨਾ ਟਾਈਮ ਲੱਗੇਗਾ? ਜਿਹੜਾ ਹੁਣ ਵੀਜ਼ਾ ਬੁਲਟਨ ਆਇਆ ਨਵੰਬਰ ਦਾ, ਮੈਂ ਦੱਸ ਕੇ ਹਟਿਆ ਜੀ। ਉੱਥੇ ਅਜੇ ਤਾਂ 2008 ਹੀ ਚੱਲ ਰਿਹਾ ਅਤੇ ਤੁਸੀਂ 2016 'ਚ ਅਪਲਾਈ ਕੀਤਾ, ਇਹਨੂੰ ਕਾਫੀ ਟਾਈਮ ਲੱਗੇਗਾ। ਜੇ 7-8 ਸਾਲ ਹੋਰ ਲੱਗ ਸਕਦੇ ਨੇ ਜੇ ਤੇਜ਼ ਨਾ ਹੋਇਆ, ਸੋ ਤੁਹਾਨੂੰ ਵੇਟ ਕਰਨੀ ਪੈਣੀ ਹੈ। ਅਗਲਾ ਸਵਾਲ ਹੈ ਜੀ ਕਿ ਜਿਹੜਾ ਹੈਗਾ ਉਹ ਕਹਿ ਰਹੇ ਕਿ 16 ਸਾਲ ਤੋਂ ਘੱਟ ਜਿਹੜੀ ਹੈਗੀ ਆ ਉਹ ਇਲੀਗਲ ਮੈਂ ਆਪਣੇ ਪੇਰੈਂਟਸ ਨਾਲ ਆਇਆ ਤਾਂ ਕੀ ਬੈਨੀਫਿਟ ਹੈ? ਕੋਈ ਬੈਨੀਫਿਟ ਨਹੀਂ ਜੀ ਇਹਦਾ। ਬੇਸਿਕਲੀ ਤਾਂ ਇਹੀ ਆ ਵੀ ਜੇ ਕੇਸ ਤੁਹਾਡਾ ਪਾਸ ਹੋ ਗਿਆ ਤਾਂ ਜਿਹੜੇ ਪੇਰੈਂਟਸ ਨੇ ਉਹਦੇ ਰਾਹੀਂ ਤੁਹਾਨੂੰ ਜਿਹੜਾ ਹੈਗਾ ਉਹ ਗ੍ਰੀਨ ਕਾਰਡ ਮਿਲ ਸਕਦਾ। ਜੇ ਉਹਨਾਂ ਨੂੰ ਮਿਲ ਗਿਆ, ਉਹਨਾਂ ਦਾ ਪਾਸ ਹੋ ਗਿਆ, ਹੋਰ ਕੋਈ ਵੱਖਰਾ 16 ਸਾਲ ਦੇ ਅੰਡਰ ਕੋਈ ਇਹੋ ਜਿਹਾ ਬੈਨੀਫਿਟ ਨਹੀਂ ਆ ਕਿ ਤੁਸੀਂ ਜੇ ਅੰਡਰ 16 ਇੱਥੇ ਐਂਟਰ ਕਰਦੇ ਹੋ ਤਾਂ ਤੁਹਾਨੂੰ ਕੋਈ ਵੱਖਰੀ ਜਿਹੜੀ ਪ੍ਰੋਟੈਕਸ਼ਨ ਮਿਲੇ। ਅਗਲਾ ਸਵਾਲ ਹੈ ਜੀ ਕਿ ਮੇਰੀ ਉਮਰ 50 ਸਾਲ ਦੀ ਹੈ ਅਤੇ ਮੇਰੀ ਕੈਟੇਗਰੀ F4 ਦੀ ਹੈਗੀ ਆ, ਅਪਲਾਈ 2010 'ਚ ਕੀਤਾ। ਇਹਨੂੰ ਤਾਂ ਬਹੁਤ ਟਾਈਮ ਲੱਗਣਾ ਜੀ, ਅਜੇ ਤਾਂ ਉੱਥੇ 2005 ਚੱਲ ਰਿਹਾ। ਸੋ 5-6 ਸਾਲ ਜਿਹੜੇ ਹੈਗੇ ਆ ਇਹਨੂੰ ਘੱਟੋ ਘੱਟ ਹੋਰ ਲੱਗ ਸਕਦੇ ਆ, ਕਿਉਂਕਿ ਕਾਫੀ ਜ਼ਿਆਦਾ ਜਿਹੜੀਆਂ ਕੈਟੇਗਰੀਆਂ ਉਹ ਸਲੋ ਨੇ। ਮੈਂ ਦੱਸ ਕੇ ਹਟਿਆ ਜਿਹੜਾ ਨਵੰਬਰ ਦਾ ਵੀਜ਼ਾ ਬੁਲਟਨ, ਇਹਦੇ ਵਿੱਚ ਕੋਈ ਜ਼ਿਆਦਾ ਜਿਹੜੀ ਹੋਪ ਜਾਂ ਜਾਣਕਾਰੀ ਜਿਹੜੀ ਆ ਉਹ ਨਹੀਂ ਆ, ਅਤੇ ਉਹੀ ਜਿਹੜੀ ਸੀਗਾ ਪਿਛਲੇ ਮਹੀਨੇ ਉਹੀ ਹੋਣਾ। ਸੋ ਜ਼ਿਆਦਾ ਜਿਹੜੀਆਂ ਕੈਟੇਗਰੀਆਂ ਅੱਗੇ ਨਹੀਂ ਤੁਰੀਆਂ, ਪਰ ਇਹ ਜ਼ਰੂਰ ਆ ਕਿ ਇਹਨਾਂ ਦੇ ਵਿੱਚ ਜਿਹੜਾ ਇਹ ਦੇਖਣ ਨੂੰ ਆਪਾਂ ਨੂੰ ਮਿਲਿਆ ਕਿ ਕਈ ਜਿਹੜੇ ਕੇਸ ਨੇ ਖਾਸ ਕਰਕੇ ਮਈ-ਜੂਨ 2005 ਦੇ, ਉਹਨਾਂ ਦੀਆਂ ਜਿਹੜੀਆਂ ਇੰਟਰਵਿਊਜ਼ ਵਗੈਰਾ ਜ਼ਰੂਰ ਹੋਈਆਂ ਨੇ। ਅਗਲਾ ਸਵਾਲ ਹੈ ਜੀ ਕਿ ਅਸੈਲਮ ਕੇਸ ਕਿਹੜਾ ਬੈਟਰ ਹੈ, USCIS ਵਾਲਾ ਜਾਂ ਕੋਰਟ ਵਾਲਾ? ਦੋਨੋਂ ਹੀ ਠੀਕ ਨੇ ਜੀ। ਇਹ ਡਿਪੈਂਡ ਕਰਦਾ ਸਿਚੁਏਸ਼ਨ 'ਤੇ, ਕਿਉਂਕਿ ਜੇ ਤਾਂ ਕੋਈ ਬੰਦਾ ਵੀਜ਼ਾ ਲੈ ਕੇ ਆਇਆ ਜਾਂ ਨਹੀਂ ਫੜਿਆ ਗਿਆ, ਉੱਦਾਂ ਹੀ ਆ ਗਿਆ, ਉਹਨੂੰ ਤਾਂ ਅਸੈਲਮ ਆਫਿਸ ਹੀ ਕਰਨਾ ਪੈਣਾ। USCIS ਕੋਰਟ 'ਚੋਂ ਜਾ ਹੀ ਨਹੀਂ ਸਕਦਾ। ਅਤੇ ਜਿਹੜਾ ਫੜਿਆ ਜਾਂਦਾ ਉਹ ਕੋਰਟ 'ਚ ਜਾ ਸਕਦਾ। ਪਰ ਇਹਦੇ ਵਿੱਚ ਕੋਈ ਇਹ ਪਿਕ ਐਂਡ ਚੂਜ਼ ਨਹੀਂ ਹੈ ਕਿ ਬੈਟਰ ਕਿਹੜਾ ਆ। ਅਤੇ ਅਸੈਲਮ ਆਫਿਸ ਵੀ ਕੇਸ ਪਾਸ ਹੁੰਦੇ ਨੇ, ਕੋਰਟਾਂ ਜ਼ਿਆਦਾ ਹੁੰਦੇ ਨੇ, ਲੇਕਿਨ ਹੁੰਦੇ ਅਸੈਲਮ ਆਫਿਸ 'ਚ ਵੀ ਆ। ਸਾਡਾ ਇੱਕ ਕੇਸ ਪਿੱਛੇ ਅਸੈਲਮ ਆਫਿਸ 'ਚ ਪਾਸ ਹੋਇਆ, ਸੋ ਹੁੰਦੇ ਆ। ਲੇਕਿਨ ਇਹ ਆਪਣੀ ਚੋਇਸ ਨਹੀਂ ਹੁੰਦੀ ਵੀ ਆਪਾਂ ਅਸੈਲਮ ਆਫਿਸ ਜਾਣਾ, ਕੋਰਟ ਜਾਣਾ। ਇਹ ਤਾਂ ਲਾ ਆ। ਜਿਹੜੇ ਬੰਦੇ ਨੂੰ ਰਿਮੂਵਲ ਪ੍ਰੋਸੀਡਿੰਗ 'ਚ ਪਾਉਂਦੇ ਆ, ਐਂਟੀ ਇਸ਼ੂ ਹੋ ਜਾਂਦਾ, ਕੋਰਟ ਜਾਂਦਾ। ਜਿਹਦਾ ਕੇਸ ਅਜੇ ਜਿਹੜਾ ਵੀਜ਼ਾ ਲੈ ਕੇ ਆਇਆ, ਜਿਵੇਂ ਕਈ ਬੰਦੇ ਸਟੂਡੈਂਟ ਵੀਜ਼ੇ 'ਤੇ ਆਉਂਦੇ ਆ ਜਾਂ ਵਿਜ਼ਟਰ ਵੀਜ਼ੇ 'ਤੇ ਆਉਂਦੇ ਆ, ਉਹ ਅਸੈਲਮ ਕਰਦੇ ਆ, ਉਹਨਾਂ ਦਾ ਕੇਸ ਜਿਹੜਾ ਹੈਗਾ ਉਹ ਅਸੈਲਮ ਆਫਿਸ 'ਚ ਹੀ ਜਾਂਦਾ। ਅਤੇ ਲੇਕਿਨ ਜਿਹੜਾ ਕੋਰਟ ਹੈ, ਕੋਰਟ ਦੇ ਵਿੱਚ ਜਿਹੜੇ ਜਾਂਦੇ ਆ ਉਹ ਕੇਸ ਹੋ ਜਾਂਦੇ ਨੇ ਜਿਹੜੇ ਬੰਦੇ ਫੜੇ ਜਾਂਦੇ ਨੇ। ਅੱਛਾ ਜੀ, ਇਸ ਤੋਂ ਬਾਅਦ ਅਗਲਾ ਸਵਾਲ ਹੈਗਾ ਜੀ ਕਿ ਮੈਂ US ਗ੍ਰੀਨ ਕਾਰਡ ਹੋਲਡਰ ਹਾਂ ਅਤੇ ਮੈਨੂੰ ਅਸੈਲਮ ਮਿਲਿਆ ਸੀ, ਕੀ ਮੈਂ ਆਸਟ੍ਰੇਲੀਆ ਜਾ ਸਕਦਾ? ਹਾਂਜੀ, ਤੁਸੀਂ ਆਪਣੀ ਕੰਟਰੀ ਤੋਂ ਬਿਨਾਂ ਹੋਰ ਕਿਤੇ ਵੀ ਜਾ ਸਕਦੇ ਹੋ। ਤੁਹਾਨੂੰ ਟਰੈਵਲ ਡਾਕੂਮੈਂਟ ਅਪਲਾਈ ਕਰਨਾ ਪੈਣਾ, ਟਰੈਵਲ ਡਾਕੂਮੈਂਟ ਲੈ ਕੇ ਤੁਸੀਂ ਜਾ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਅੰਡਰ 18 ਜਾਂ ਅੰਡਰ 21 ਏਜ ਤੋਂ ਜੇ ਬਾਰਡਰ ਕ੍ਰੋਸ ਕਰੀਏ ਤਾਂ ਕੀ ਡਿਫਰੈਂਸ ਆ? ਜਿਹੜੇ 18 ਸਾਲ ਤੋਂ ਘੱਟ ਬਾਰਡਰ ਕ੍ਰੋਸ ਕਰਕੇ ਆਉਂਦੇ ਆ ਉਹਨਾਂ ਨੂੰ ਜਲਦੀ ਛੱਡ ਦਿੱਤਾ ਜਾਂਦਾ, ਉਹਨਾਂ ਦੇ ਜ਼ਿਆਦਾ ਬਿਆਨ ਨਹੀਂ ਹੁੰਦੇ, ਸਵਾਲ ਜਵਾਬ ਨਹੀਂ ਹੁੰਦੇ। ਜਿਹੜੇ 21 ਤੋਂ ਉੱਪਰ ਆਉਂਦੇ ਆ ਉਹਨਾਂ ਦੀ ਕ੍ਰੈਡੀਬਲ ਫੇਅਰ ਇੰਟਰਵਿਊ ਹੋ ਸਕਦੀ ਆ, ਉਹਨਾਂ ਨੂੰ ਕਿਸੇ ਕੈਂਪ 'ਚ ਲਿਜਾਇਆ ਜਾ ਸਕਦਾ, ਉਹਨੂੰ ਟਾਈਮ ਲੱਗ ਸਕਦਾ। ਸੋ ਇਸ ਕਰਕੇ ਇਹ ਜਿਹੜਾ ਹੈਗਾ ਇਹ ਡਿਫਰੈਂਸ ਆ। ਅਤੇ ਬਾਕੀ ਤਾਂ ਕੇਸ ਤਾਂ ਅਸੈਲਮ ਦਾ ਉਹੀ ਆ ਜਿਹੜਾ ਸਾਰੇ ਲਾਉਂਦੇ ਆ। ਅਤੇ ਅਗਲਾ ਸਵਾਲ ਹੈ ਜੀ ਕਿ ਜੇ ਜਿਹੜਾ ਸਪੋਂਸਰਿੰਗ ਬੰਦਾ ਉਹਦੀ ਡੈਥ ਹੋ ਜਾਵੇ ਤਾਂ ਸਪੋਂਸਰ ਦਾ ਕੀ ਬਣਦਾ? ਅਤੇ ਇਹ ਇਸ ਤਰ੍ਹਾਂ ਜੀ ਕਿ ਜਿਹੜੀ ਇਹ ਬਲੱਡ ਰਿਲੇਸ਼ਨ ਦੀਆਂ ਕੈਟੇਗਰੀਜ਼ ਹੁੰਦੀਆਂ ਨੇ, ਜਿਵੇਂ F4 ਕੈਟੇਗਰੀ ਆ, ਭਰਾ ਭੈਣ ਦੀ ਆ, ਕਿ ਸਗਾ ਭਰਾ ਆਪਣੀ ਸਗੀ ਭੈਣ ਨੂੰ ਕਰੇ, ਉਹਦੇ ਬੱਚਿਆਂ ਨੂੰ, ਜਾਂ ਜਿਹੜਾ ਹੈਗਾ ਉਹ ਭੈਣ ਆਪਣੇ ਭਰਾ ਨੂੰ ਕਰੇ। ਇੱਦਾਂ ਹੀ ਜਿਹੜੀ F3 ਕੈਟੇਗਰੀ ਆ ਉਹ ਮਾਂ-ਬਾਪ ਆਪਣੇ ਬੱਚਿਆਂ ਨੂੰ ਕਰਦੇ ਨੇ। ਜੇ ਜਿਹਨੂੰ ਉਹ ਕਰ ਰਹੇ ਨੇ ਅਪਲਾਈ, ਜਿਵੇਂ ਭਰਾ ਭੈਣ ਨੂੰ ਕਰ ਰਿਹਾ ਜਾਂ ਭੈਣ ਭਰਾ ਨੂੰ ਕਰ ਰਹੀ ਹੈ, ਜੇ ਉਹਨਾਂ ਵਿੱਚੋਂ ਕਿਸੇ ਦੀ ਡੈਥ ਹੋ ਜਾਏ ਦੋਵਾਂ 'ਚੋਂ, ਤਾਂ ਉਹ ਕੇਸ ਖਤਮ ਹੋ ਜਾਂਦਾ। ਉਹਦੀ ਬੇਸ 'ਤੇ ਉਹਨੂੰ ਇੱਥੇ ਆਉਣ ਦਾ ਕੋਈ ਜਿਹੜਾ ਹੈਗਾ ਉਹ ਸਾਧਨ ਨਹੀਂ ਬਣਦਾ। ਜਿਹੜੇ ਉਹਦੇ ਗਾਹਾਂ ਬੈਨੀਫੀਸ਼ਰੀ ਨੇ, ਜਿਵੇਂ ਹਸਬੈਂਡ ਵਾਈਫ ਨੇ, ਭਰਾ ਭੈਣ ਦੇ ਜਾਂ ਬੱਚੇ ਨੇ, ਉਹ ਉਹਦੇ ਬੇਸ 'ਤੇ ਅਮਰੀਕਾ ਨਹੀਂ ਆ ਸਕਦੇ ਜੇ ਕਿਸੇ ਦੀ ਡੈਥ ਹੋ ਜਾਏ, ਕਿਉਂਕਿ ਜਿਹੜਾ ਮੇਨ ਬਲੱਡ ਰਿਲੇਟਿਵ ਆ ਉਹਦੀ ਡੈਥ ਨਹੀਂ ਹੋਣੀ ਚਾਹੀਦੀ, ਉਹਦਾ ਲਾਈਵ ਰਹਿਣਾ ਜ਼ਰੂਰੀ ਹੈ। ਅਗਲਾ ਸਵਾਲ ਹੈ ਜੀ ਕਿ ਮੈਂ ਟਰੈਵਲ ਡਾਕੂਮੈਂਟ ਅਪਲਾਈ ਕੀਤੇ ਸੀ ਜੂਨ 22 'ਚ ਅਤੇ ਅਜੇ ਅਪਰੂਵ ਨਹੀਂ ਹੋਏ। ਇਹਨੂੰ ਟਾਈਮ ਲੱਗੂਗਾ ਜੀ, ਅੱਜ ਕੱਲ੍ਹ ਸਲੋ ਹੈ ਇਮੀਗ੍ਰੇਸ਼ਨ, ਸੋ ਟਾਈਮ ਲੱਗ ਸਕਦਾ। ਬਾਕੀ ਤੁਸੀਂ ਇਨਕੁਆਇਰੀ ਕਰ ਸਕਦੇ ਹੋ। ਅਤੇ ਅਗਲਾ ਸਵਾਲ ਹੈ ਜੀ ਕਿ ਅਸੈਲਮ ਕੇਸ ਜਿਹੜਾ ਹੈਗਾ ਉਹ ਪੈਂਡਿੰਗ ਆ, ਅਤੇ ਉਦੋਂ ਬਾਅਦ ਜਿਹੜਾ ਵਰਕ ਪਰਮਿਟ ਆ ਉਹਨੂੰ ਕਾਫੀ ਟਾਈਮ ਲੱਗ ਰਿਹਾ, ਫਾਸਟ ਹੋਊਗਾ ਅਜੇ ਕਹਿ ਨਹੀਂ ਸਕਦੇ ਜੀ। ਮੈਂ ਹੁਣ ਦੱਸ ਕੇ ਹਟਿਆ ਵੀ ਜਿਹੜੇ ਰਿਨੂਅਲ ਕਰਾ ਰਹੇ ਨੇ, ਕੁਝ ਬੰਦਿਆਂ ਦੇ ਫਾਸਟ ਹੋਏ ਨੇ। ਮੈਂ 2-3 ਬੰਦਿਆਂ ਦੇ ਕੀਤੇ ਸੀ ਜਿਹੜੇ 4-4 ਮਹੀਨੇ 'ਚ ਵੀ ਆ ਗਏ, ਪਰ ਜ਼ਿਆਦਾ ਲੋਕਾਂ ਦੇ ਜਿਹੜੇ ਉਹ ਸਾਲ ਤੋਂ ਉੱਪਰ ਟਾਈਮ ਲੱਗ ਰਿਹਾ। ਸੋ ਇਹ ਇਮੀਗ੍ਰੇਸ਼ਨ ਦਾ ਹਿਸਾਬ ਕਿਤਾਬ ਜਿਹੜਾ ਹੈਗਾ ਉਹ ਪਿਕ ਐਂਡ ਚੂਜ਼ ਆ। ਪਰ ਜਿਹੜੇ ਇਨੀਸ਼ੀਅਲ ਕਰਦੇ ਨੇ, ਪਹਿਲੀ ਵਾਰੀ ਕਰਦੇ ਨੇ,
ASAP ਦੀ ਮੈਂਬਰਸ਼ਿਪ ਲੈ ਕੇ ਉਹਨਾਂ ਦਾ ਤਕਰੀਬਨ 60 ਦਿਨ 'ਚ ਆ ਜਾਂਦਾ, ਪਰ ਦੂਜਿਆਂ ਨੂੰ ਰਿਨੂਵਲ ਨੂੰ ਟਾਈਮ ਲੱਗ ਰਿਹਾ। ਅਗਲਾ ਸਵਾਲ ਹੈ ਜੀ ਕਿ ਮੈਂ F3 ਜਿਹੜੀ ਕੈਟਾਗਰੀ ਆ ਉਹ ਅਪਲਾਈ ਕੀਤਾ ਸੀ ਮਾਰਚ 2009 'ਚ, ਡਾਕੂਮੈਂਟਰੀ ਕੁਆਲੀਫਾਈ ਹੋ ਗਿਆ ਫਰਵਰੀ 2021 'ਚ। ਕਿੰਨਾ ਟਾਈਮ ਲੱਗੂਗਾ? ਇਹਨੂੰ ਟਾਈਮ ਲੱਗੂਗਾ ਜੀ ਅਜੇ, ਕਿਉਂਕਿ ਜਿਹੜੀ ਹੈਗੀ ਆ ਅਜੇ ਹੋਰ ਇੰਟਰਵਿਊ ਅਜੇ ਕਾਫੀ ਸਲੋ ਆ। ਸੋ ਇਹਨੂੰ 6 ਮਹੀਨੇ ਵੀ ਲੱਗ ਸਕਦੇ, ਸਾਲ ਵੀ ਲੱਗ ਸਕਦਾ, 4 ਵੀ, ਡਿਪੈਂਡਿੰਗ ਉਹਨਾਂ 'ਤੇ ਕਰਦਾ। ਸੋ ਤੁਸੀਂ ਉੱਥੇ ਇਨਕੁਆਇਰੀ ਕਰਕੇ ਪਤਾ ਕਰੋ। ਅਗਲਾ ਸਵਾਲ ਹੈ ਜੀ ਕਿ ਸਟੱਡੀ ਵੀਜ਼ੇ ਬਾਰੇ ਦੱਸੋ। ਸਟੱਡੀ ਵੀਜ਼ੇ ਬਾਰੇ ਇਸ ਤਰ੍ਹਾਂ ਜੀ ਕਿ ਜਿਹੜਾ F1 ਵੀਜ਼ਾ ਹੁੰਦਾ ਇਹਦੇ ਵਾਸਤੇ ਐਡਮਿਸ਼ਨ ਲੈਣੀ ਪੈਂਦੀ ਹੈ ਇੱਥੇ ਕਿਸੇ ਨਾ ਕਿਸੇ ਕਾਲਜ ਜਾਂ ਸਕੂਲ 'ਚ, ਜਿਹੜਾ ਕਿ I-20 ਫਾਰਮ ਇਸ਼ੂ ਕਰਦਾ, ਸਪਾਂਸਰਸ਼ਿਪ ਕਰਦਾ। ਉਹ ਲੈ ਕੇ ਤੁਸੀਂ ਅਪਲਾਈ ਕਰ ਸਕਦੇ ਹੋ। ਫਿਰ ਤੁਹਾਨੂੰ ਸ਼ੋਅ ਕਰਨਾ ਪੈਂਦਾ ਕਿ ਤੁਹਾਡੇ ਕੋਲ ਪੈਸੇ ਹੈਗੇ ਪੜ੍ਹਨ ਦੇ, ਰਹਿਣ ਦੇ, ਉਹ ਮੀਨਸ ਹੈਗੇ ਆ, ਤਾਂ ਫਿਰ ਤੁਸੀਂ ਜਿਹੜਾ ਹੈਗਾ ਉਹ ਅਪਲਾਈ ਕਰ ਸਕਦੇ ਹੋ। ਅਤੇ ਉਹ ਵੀਜ਼ਾ ਫਿਰ ਤੁਹਾਨੂੰ ਐਮਬੈਸੀ ਦਿੰਦੀ ਆ। ਅੱਗੇ ਐਮਬੈਸੀ ਦੀ ਮਰਜ਼ੀ ਹੁੰਦੀ ਆ, ਉਹ ਕਈ ਵਾਰੀ ਜੇ ਸਾਰੀਆਂ ਰਿਕੁਆਇਰਮੈਂਟਾਂ ਪੂਰੀਆਂ ਹੈਗੀਆਂ ਤਾਂ ਵੀ ਰਿਫਿਊਜ਼ ਕਰ ਸਕਦੇ ਆ, ਲੇਕਿਨ ਉਹਨਾਂ ਨੇ ਇਹ ਦੇਖਣਾ ਹੁੰਦਾ ਵੀ ਜੈਨੂਇਨ ਸਟੂਡੈਂਟ ਨੇ, ਰਹਿ ਤਾਂ ਨਹੀਂ ਜਾਣਾ ਉੱਥੇ। ਇਹ ਆ। ਅਗਲਾ ਸਵਾਲ ਹੈ ਜੀ ਕਿ ਲੋਟਰੀ ਵੀਜ਼ੇ ਬਾਰੇ ਦੱਸੋ। ਮੈਂ ਦੱਸ ਕੇ ਹਟਿਆ ਜੀ, ਲੋਟਰੀ ਬਾਰੇ ਬਹੁਤ ਜ਼ਿਆਦਾ ਸਵਾਲ ਸਾਨੂੰ ਆ ਰਹੇ ਨੇ। ਉਹ ਬੇਸਿਕਲੀ ਜਿਹੜਾ ਪ੍ਰੋਗਰਾਮ ਹੈ ਉਹ ਨਵੰਬਰ 8 ਤੱਕ ਹੈਗਾ। ਉਹਦੇ ਵਿੱਚ ਉਹ ਕੰਟਰੀਆਂ ਨੇ ਜਿਨ੍ਹਾਂ ਦੇ ਬੰਦੇ ਬਹੁਤ ਘੱਟ ਆਏ ਨੇ, ਅਤੇ ਉਹਦੇ ਵਿੱਚ ਇੰਡੀਆ ਨਹੀਂ ਹੈਗਾ। ਜਿਹੜੇ ਇੰਡੀਅਨ ਸਿਟੀਜ਼ਨ ਨੇ ਜਾਂ ਇੰਡੀਆ ਦੇ ਬੰਦੇ ਉਹ ਲੋਟਰੀ ਲਈ ਨਹੀਂ ਅਪਲਾਈ ਕਰ ਸਕਦੇ। ਅਗਲਾ ਸਵਾਲ ਹੈ ਜੀ ਕਿ 221G ਐਡਮਿਨਿਸਟ੍ਰੇਸ਼ਨ ਪ੍ਰੋਸੈਸਿੰਗ ਬਾਰੇ ਦੱਸੋ। ਇਹ ਬੇਸਿਕਲੀ ਉਦੋਂ ਲਾਉਂਦੇ ਨੇ ਜਦੋਂ ਉਹਨਾਂ ਨੇ ਕੋਈ ਇਨਕੁਆਇਰੀ ਕਰਨੀ ਹੁੰਦੀ ਆ, ਜਾਂ ਉਹ ਕਿਸੇ ਗੱਲ ਤੋਂ ਸੈਟਿਸਫਾਈਡ ਨਹੀਂ ਜਾਂ ਸ਼ੱਕ ਆ ਉਹਨਾਂ ਨੂੰ ਕੇਸ 'ਤੇ। ਸੋ ਇਹਦੇ 'ਚ ਤਿੰਨੇ ਗੱਲਾਂ ਹੀ ਹੋ ਸਕਦੀਆਂ ਨੇ, ਇਨਕੁਆਇਰੀ ਵੀ ਹੋ ਸਕਦੀ ਆ, ਇਹਦੇ 'ਚ ਕੋਈ ਡਾਕੂਮੈਂਟਸ ਵੀ ਮੰਗੇ ਜਾ ਸਕਦੇ ਨੇ ਹੋਰ, ਜਾਂ ਉਹਨਾਂ ਨੂੰ ਕੋਈ ਡਾਊਟ ਆ। ਸੋ ਉਹਦੇ ਕਰਕੇ 221G ਜਿਹੜਾ ਉਹ ਲੱਗਦਾ ਜੀ। ਅਗਲਾ ਸਵਾਲ ਹੈ ਜੀ ਕਿ F4 ਕੈਟਾਗਰੀ 'ਚ 2005 ਦਾ ਕੇਸ ਹੈ, ਲਾਸਟ ਮਹੀਨੇ ਡਾਕੂਮੈਂਟ ਕੁਆਲੀਫਾਈ ਹੋਇਆ, ਕਿੰਨਾ ਟਾਈਮ ਲੱਗੂਗਾ? ਤੁਹਾਡੀ ਵਾਰੀ ਜਲਦੀ ਆਊਗੀ ਜੀ, ਕਿਉਂਕਿ ਹੁਣ ਡੇਟਾ ਆ ਰਹੀਆਂ ਨੇ। ਸਾਡੇ ਕੁਝ ਕਲਾਇੰਟਾਂ ਦੀਆਂ ਵੀ ਅਪ੍ਰੈਲ ਮਈ ਦੀਆਂ ਸੀਗੀਆਂ, ਉਹਨਾਂ ਦੀਆਂ ਇੰਟਰਵਿਊਜ਼ ਹੋ ਗਈਆਂ। ਸੋ ਇਹਨਾਂ ਦੀਆਂ ਇੰਟਰਵਿਊਜ਼ ਹੋਣ ਦੀ ਤੁਹਾਨੂੰ ਜਲਦੀ ਉਮੀਦ ਆ। ਜਲਦੀ ਦਾ ਮਤਲਬ ਇਹ ਨਹੀਂ ਵੀ ਹਫ਼ਤੇ ਜਾਂ ਮਹੀਨੇ 'ਚ ਹੋ ਜਾਊਗੀ, 2-3 ਮਹੀਨੇ ਲੱਗ ਸਕਦੇ, ਪਰ ਤੁਹਾਡੀ ਇੰਟਰਵਿਊ ਆਉਣ ਦੀ ਉਮੀਦ ਹੈਗੀ ਆ ਹੁਣ। ਅਗਲਾ ਸਵਾਲ ਹੈ ਜੀ ਕਿ ਅਸੈਲਮ ਆਫਿਸ ਦੀਆਂ ਇੰਟਰਵਿਊਜ਼ ਜਿਹੜੀਆਂ ਨੇ ਉਹ ਆ ਰਹੀਆਂ ਨੇ ਕਿ ਨਹੀਂ ਅਜੇ। ਇਹ ਡਿਪੈਂਡ ਕਰਦਾ ਜੀ, ਕਈਆਂ ਨੂੰ ਤਾਂ ਉਹ ਕਰ ਦਿੰਦੇ ਆ, ਪਰ ਕਈਆਂ ਦਾ ਬਹੁਤ ਦੇਰ ਇੰਟਰਵਿਊ ਨਹੀਂ ਆਉਂਦੀ। ਉਹਦੇ ਵਾਸਤੇ ਤੁਸੀਂ ਅਸੈਲਮ ਆਫਿਸ ਜਾ ਕੇ ਇਨਕੁਆਇਰੀ ਕਰ ਸਕਦੇ ਹੋ। ਤਾਂ ਉੱਥੇ ਇਨਕੁਆਇਰੀ ਅਵੇਲੇਬਲ ਆ, ਈਮੇਲ ਵੀ ਕਰ ਸਕਦੇ ਹੋ, ਲਿਖ ਵੀ ਸਕਦੇ ਹੋ, ਜਾਂ ਜਾ ਕੇ ਇਨਕੁਆਇਰੀ ਕਰ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਕੇਸ ਪਾਸ ਹੋਏ ਨੂੰ ਸਾਲ ਹੋ ਗਿਆ, ਗ੍ਰੀਨ ਕਾਰਡ ਅਪਲਾਈ ਹੁਣ ਹੋ ਸਕਦਾ, ਕਿੰਨਾ ਟਾਈਮ ਲੱਗੂਗਾ? ਗ੍ਰੀਨ ਕਾਰਡ ਜਿਹੜਾ ਹੋ ਗਿਆ ਉਹ ਸਾਲ ਬਾਅਦ ਤੁਸੀਂ ਅਪਲਾਈ ਕਰ ਸਕਦੇ ਹੋ। ਟਾਈਮ ਇਹਨੂੰ ਜਿਹੜਾ ਗ੍ਰੀਨ ਕਾਰਡ ਨੂੰ ਆਉਣ ਨੂੰ ਅੱਜ ਕੱਲ੍ਹ 2-2.5 ਸਾਲ ਲੱਗ ਰਿਹਾ। ਸ਼ਾਇਦ ਤੇਜ਼ ਕਰ ਦੇਣ, ਕੋਈ ਕਹਿ ਨਹੀਂ ਸਕਦੇ, ਪਰ 2 ਸਾਲ ਤੋਂ ਉੱਪਰ ਟਾਈਮ ਲੱਗ ਰਿਹਾ। ਅਗਲਾ ਸਵਾਲ ਹੈ ਜੀ ਕਿ ਮੇਰੇ ਭਰਾ ਨੇ 2007 ਵਿੱਚ ਮੁੰਬਈ ਤੋਂ ਅਪਲਾਈ ਕੀਤਾ ਸੀ, ਨੈਕਸਟ ਟਾਈਮ 16 'ਚ ਕੀਨੀਆ ਤੋਂ ਅਪਲਾਈ ਕੀਤਾ ਸੀ, ਅਤੇ ਗੁਰਦੁਆਰਾ ਸਾਹਿਬ ਦੀ ਸਪੋਂਸਰਸ਼ਿਪ 'ਤੇ ਉਹ ਕਹਿੰਦੇ ਆ ਕਿ ਲਾਈਫ ਟਾਈਮ ਬੈਨ ਹੈ, ਅਤੇ ਹੁਣ ਦੱਸੋ ਵੀ R1 ਕਰ ਸਕਦਾ ਕਿ ਨਹੀਂ। ਇਹ ਡਿਪੈਂਡ ਕਰੂਗਾ ਜੀ ਕੀ ਤੁਹਾਡੀ ਸਿਚੁਏਸ਼ਨ ਹੈ, ਕਿਉਂ ਬੈਨ ਲੱਗਿਆ। ਸੋ ਜਾਂ ਤਾਂ ਮੈਨੂੰ ਤੁਸੀਂ ਸਾਰੇ ਡਾਕੂਮੈਂਟ ਆਪਣੇ ਭੇਜੋ, ਇਹਦੇ ਬਾਰੇ ਨਹੀਂ ਇੱਦਾਂ ਦੱਸ ਸਕਦੇ ਕੁਝ ਵੀ। ਸੋ ਕਿਉਂ ਬੈਨ ਲੱਗਿਆ, ਲਾਈਫ ਟਾਈਮ ਕੀ ਪ੍ਰੋਬਲਮ ਆ, ਉਹ ਸਾਰਾ ਦੇਖ ਕੇ ਦੱਸ ਸਕਦੇ ਹਾਂ ਵੀ ਕੀ ਆ। ਅਗਲਾ ਸਵਾਲ ਹੈ ਜੀ ਕਿ ਪੋਲੀਟੀਕਲ ਅਸਾਈਲਮ ਅਪਲਾਈ ਕਰਨ ਵਾਸਤੇ ਕੀ ਪੇਪਰ ਚਾਹੀਦੇ। ਦੇਖੋ ਅਸਾਈਲਮ ਦਾ ਜਿਹੜਾ ਕੇਸ ਹੈ, ਪਹਿਲੀ ਗੱਲ ਤਾਂ ਮੈਂ ਕਹਿੰਦਾ ਜੇ ਸੱਚਾ ਹੋਵੇ ਤਾਂ ਕਰੋ, ਐਵੇਂ ਜਿਹੜਾ ਹੈਗਾ ਰਹਿਣ ਲਈ ਨਾ ਕਰੋ। ਇਹਦੇ 5 ਗਰਾਊਂਡ ਹੁੰਦੇ ਨੇ, ਜਿਨ੍ਹਾਂ ਵਿੱਚ ਪੋਲੀਟੀਕਲ ਓਪੀਨੀਅਨ ਹੈ, ਮੈਂਬਰਸ਼ਿਪ ਇਨ ਅ ਪਾਰਟੀਕੂਲਰ ਸੋਸ਼ਲ ਗਰੁੱਪ ਹੈ, ਰੇਸ ਹੈ, ਨੈਸ਼ਨੈਲਿਟੀ ਹੈ, ਅਤੇ ਰਿਲੀਜਨ ਹੈ। ਇਸ ਕਿਸਮ ਦੇ 5 ਗਰਾਊਂਡ ਹੁੰਦੇ ਨੇ, ਅਤੇ ਉਹਨਾਂ ਦੇ ਵਿੱਚ ਕੇਸ ਹੋਣਾ ਚਾਹੀਦਾ। ਫਿਰ ਇਹ ਵੀ ਸ਼ੋਅ ਕਰਨਾ ਪੈਂਦਾ ਵੀ ਪਹਿਲਾਂ ਤੁਹਾਨੂੰ ਜਿਹੜੇ ਮੁਲਕ 'ਚੋਂ ਆਏ ਉੱਥੇ ਕੁੱਟਮਾਰ ਹੋਈ ਆ, ਪਰਸੀਕਿਊਸ਼ਨ ਹੋਈ ਆ, ਅਤੇ ਅੱਗੇ ਤੋਂ ਵੀ ਵੈਲ ਫਾਊਂਡਡ ਫਿਊਰ ਆਫ ਫਿਊਚਰ ਪਰਸੀਕਿਊਸ਼ਨ ਹੈ ਵੀ ਜੇ ਵਾਪਸ ਜਾਓਗੇ ਤਾਂ ਤੁਹਾਨੂੰ ਫਿਰ ਦੁਬਾਰਾ ਉੱਥੇ ਪਰੇਸ਼ਾਨੀ ਆ ਸਕਦੀ ਹੈ ਆਪਣੀ ਕੰਟਰੀ 'ਚ। ਸੋ ਇਹ ਜੇ ਸਾਰਾ ਕੁਝ ਹੈਗਾ, ਦੇ ਨਾਲ ਤੁਹਾਡੇ ਕੋਲ ਡਾਕੂਮੈਂਟਸ ਹੈਗੇ ਨੇ। ਡਾਕੂਮੈਂਟ ਰਿਕੁਆਇਰਡ ਆਮ ਤੌਰ 'ਤੇ ਐਫੀਡੇਵਿਟ ਹੁੰਦੇ ਨੇ ਬੰਦਿਆਂ ਦੇ ਜਿਹੜੇ ਕਹਿਣਗੇ ਆਹ ਕੁਝ ਹੋਇਆ, ਮੈਡੀਕਲ ਰੈਕਡ ਹੁੰਦੇ ਨੇ ਡਾਕਟਰ ਦੇ ਜੇ ਇਲਾਜ ਕਰਾਇਆ ਕਿਸੇ ਕੋਲ, ਫਿਰ ਪਾਰਟੀ ਲੈਟਰ ਹੁੰਦਾ ਜੇ ਕਿਸੇ ਪਾਰਟੀ ਦੀ ਮੈਂਬਰਸ਼ਿਪ ਹੈ, ਹੋਰ ਆਰਟੀਕਲ ਵਗੈਰਾ ਅਖਬਾਰਾਂ ਦੀਆਂ ਖਬਰਾਂ, ਕੰਟਰੀ ਰਿਪੋਰਟਸ, ਇਹ ਸਾਰਾ ਕਿਸਮ ਦਾ ਹੁੰਦਾ। ਜੇ ਸਾਰਾ ਕੁਝ ਹੈਗਾ ਤੁਸੀਂ ਅਸਾਈਲਮ ਦਾ ਕੇਸ ਜਿਹੜਾ ਉਹ ਕਰ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਜੂਨ 2011 'ਚ ਸਾਡੀ ਮਦਰ ਵੱਲੋਂ ਅਪਲਾਈ ਕੀਤਾ ਹੋਇਆ, ਅਤੇ ਇਹਨੂੰ ਕਿੰਨਾ ਟਾਈਮ ਲੱਗੂਗਾ। ਇਹ ਤੁਸੀਂ F3 ਕੈਟਾਗਰੀ 'ਚ ਅਪਲਾਈ ਕੀਤਾ ਹੋਣਾ, ਤੁਹਾਡੀ ਮਦਰ ਨੇ ਜੇ ਬੱਚਿਆਂ ਦਾ ਕੀਤਾ ਹੈਗਾ ਅਤੇ ਮੈਰਿਡ ਬੱਚਿਆਂ ਦਾ, ਅਤੇ ਜਿਹਦਾ 2008 ਚੱਲ ਰਿਹਾ ਜੀ, ਟਾਈਮ ਲੱਗੂਗਾ ਜੀ। ਅਤੇ ਅਗਲਾ ਸਵਾਲ ਹੈ ਜੀ ਕਿ ਅਸੀਂ ਕੈਨੇਡਾ ਟੈਰਿਸਟ ਜਿਹੜਾ ਹੈਗਾ ਟੂਰਿਸਟ ਵੀਜ਼ੇ 'ਤੇ ਆਉਣਾ, ਅਤੇ ਅਸੀਂ ਪਹਿਲਾਂ ਉੱਥੇ ਕਦੇ ਆਏ ਨਹੀਂ, ਹੁਣ ਅਸੀਂ ਉੱਥੇ ਆਉਣਾ, ਅਤੇ ਕੀ ਅਸੀਂ ਕੈਨੇਡਾ ਤੋਂ ਅਮਰੀਕਾ ਆ ਸਕਦੇ ਹਾਂ? ਇਹ ਤੁਹਾਨੂੰ ਪਤਾ ਕਰਨਾ ਪਊਗਾ ਜੀ। ਵੈਸੇ ਆਮ ਤੌਰ 'ਤੇ ਜਿਹੜੀ ਅਮਰੀਕਨ ਐਮਬੈਸੀ ਉਹ ਕਹਿੰਦੀ ਇੰਡੀਆ ਤੋਂ ਹੀ ਲੈ ਕੇ ਆਓ ਜਿੱਥੋਂ ਤੁਸੀਂ ਲੈਣਾ, ਪਰ ਕੈਨੇਡਾ ਆ ਕੇ ਤੁਸੀਂ ਟਰਾਈ ਕਰ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ F4 ਕੈਟਾਗਰੀ ਨੂੰ ਕਿੰਨਾ ਟਾਈਮ ਲੱਗੂ। ਕਾਫੀ ਟਾਈਮ ਲੱਗ ਰਿਹਾ ਜੀ, ਇਹਦਾ
5 ਹੀ ਚੱਲੀ ਜਾਂਦਾ, ਕਈ ਮਹੀਨਿਆਂ ਤੋਂ ਮੂਵ ਨਹੀਂ ਹੋਇਆ। ਸੋ ਇਹਦੇ ਬਾਰੇ ਤੁਹਾਨੂੰ ਵੇਟ ਹੀ ਕਰਨੀ ਪੈਣੀ ਹੈ ਜੀ। ਅਗਲਾ ਸਵਾਲ ਹੈ ਜੀ ਕਿ ਬਾਰਡਰ ਕ੍ਰੋਸ ਕਰਕੇ ਆ ਸਕਦੇ ਆ। ਦੇਖੋ ਬਾਰਡਰ ਕ੍ਰੋਸ ਕਰਕੇ ਤਾਂ ਕੋਈ ਵੀ ਆ ਸਕਦਾ, ਪਰ ਮੈਂ ਰਿਕਮੈਂਡ ਨਹੀਂ ਕਰਦਾ। ਮੈਂ ਹਮੇਸ਼ਾ ਕਹਿੰਦਾ ਵੀ ਇਹ ਤਰੀਕਾ ਗਲਤ ਆ, ਗੈਰ ਕਾਨੂੰਨੀ ਹੈ, ਨਾਲੇ ਇਹਦੇ ਨਾਲ ਤੁਹਾਡੀ ਆਪਣੀ ਜਾਨ ਨੂੰ ਵੀ ਖਤਰਾ ਹੋ ਸਕਦਾ, ਕਿਉਂਕਿ ਸੇਫਟੀ ਉੱਥੇ ਕੋਈ ਨਹੀਂ ਹੈਗੀ, ਪਰ ਲੋਕੀ ਫਿਰ ਵੀ ਆਉਂਦੇ ਆ। ਸੋ ਜਿਹੜੇ ਬਾਰਡਰ ਕ੍ਰੋਸ ਕਰਕੇ ਆਉਂਦੇ, ਮੈਂ ਦੱਸ ਕੇ ਹਟਿਆ ਪੋਜੀਸ਼ਨ ਉਹਦੇ ਸ਼ੁਰੂ 'ਚ, ਕਿ ਜਿਹੜੇ ਤਾਂ ਫੈਮਲੀਜ਼ ਦੇ ਨਾਲ ਆਉਂਦੇ, ਜਿਵੇਂ ਹਸਬੈਂਡ ਵਾਈਫ ਛੋਟੇ ਬੱਚੇ, ਉਹਨਾਂ ਨੂੰ ਇਹ 72 ਘੰਟੇ ਦੇ ਵਿੱਚ ਰਿਲੀਜ਼ ਕਰ ਦਿੰਦੇ ਆ। ਜਿਹੜੇ ਛੋਟੇ ਬੱਚੇ 18 ਸਾਲ ਤੋਂ ਘੱਟ ਆਉਂਦੇ ਉਹਨਾਂ ਨੂੰ ਵੀ ਕਰਨ ਦੇ, ਪਰ ਜਿਹੜੇ ਵੱਡੀ ਉਮਰ ਦੇ ਆਉਂਦੇ ਇਕੱਲੇ ਉਹਨਾਂ ਨੂੰ ਕਈ ਵਾਰ ਤਾਂ ਕੈਂਪਾਂ 'ਚ ਲੈ ਜਾਂਦੇ ਆ। ਉੱਥੇ ਲਿਜਾ ਕੇ ਜਿਹੜੀ ਹੈਗੀ ਇੰਟਰਵਿਊ ਹੁੰਦੀ, ਜਿਹਨੂੰ ਕ੍ਰੈਡੀਬਲ ਫੀਅਰ ਕਹਿੰਦੇ ਆ, ਉਹ 'ਚ ਪਾਸ ਹੋਣਾ ਜ਼ਰੂਰੀ ਹੈ। ਜੇ ਨਾ ਪਾਸ ਹੋ ਤਾਂ ਫਿਰ ਇਮੀਗ੍ਰੇਸ਼ਨ ਜੱਜ ਕੋਲ ਇੱਕ ਇੰਟਰਵਿਊ ਆਉਂਦੀ ਹੈ, ਜੇ ਉੱਥੇ ਹੀ ਫੇਲ ਹੋ ਜਾਏ ਤਾਂ ਉਹ ਤਾਂ ਫਿਰ ਅੱਗੇ ਕੇਸ ਨਹੀਂ ਤੁਰਦਾ, ਜਾਂ ਫਿਰ ਉੱਦਾਂ ਰਿਲੀਜ਼ ਕਰਨ ਦੇ ਆ ਬੌਂਡ 'ਤੇ, ਪਰ ਕਈਆਂ ਦਾ ਨਹੀਂ ਵੀ ਬੌਂਡ ਹੁੰਦਾ, ਉਹਨੂੰ ਅੰਦਰ ਕੇਸ ਲੜਨਾ ਪੈਂਦਾ। ਸੋ ਇਹ ਸਿਚੁਏਸ਼ਨ ਆ, ਅੱਡ ਕੈਂਪਾਂ ਦਾ ਅੱਡ ਹਿਸਾਬ ਹੈ। ਸੋ ਕਈ ਥਾਵਾਂ 'ਤੇ ਕਾਫੀ ਸਖਤੀ ਹੈ, ਖਾਸ ਕਰਕੇ ਜਿਹੜੇ ਕੈਲੀਫੋਰਨੀਆ ਦੇ ਕੈਂਪ ਨੇ, ਜਿਵੇਂ ਕਲੈਕਸੀਕੋ ਹੋ ਗਿਆ, ਸੈਨ ਡਿਏਗੋ ਹੋ ਗਿਆ, ਉੱਥੇ ਸਖਤੀ ਹੈਗੀ ਹੈ। ਅਗਲਾ ਸਵਾਲ ਹੈ ਜੀ ਕਿ ਗ੍ਰੀਨ ਕਾਰਡ ਅਪਲਾਈ ਕਰਨ ਤੋਂ ਬਾਅਦ ਕਾਫੀ ਟਾਈਮ ਲੱਗ ਰਿਹਾ, ਫਾਸਟ ਹੋਊਗਾ? ਜੇ ਕੁਝ ਨਹੀਂ ਕਹਿ ਸਕਦੇ ਜੀ, ਉਮੀਦ ਹੈਗੀ ਆ, ਪਰ ਅਜੇ ਕਾਫੀ ਟਾਈਮ ਲੱਗ ਰਿਹਾ, ਤਕਰੀਬਨ 2 ਸਾਲ ਤੋਂ ਉੱਪਰ ਦਾ ਟਾਈਮ ਜਿਹੜਾ ਉਹ ਲੱਗ ਰਿਹਾ। ਅਗਲਾ ਸਵਾਲ ਹੈ ਜੀ ਕਿ ਸਾਡਾ F4 ਕੈਟੇਗਰੀ 2006 ਜਨਵਰੀ 'ਚ ਅਪਲਾਈ ਕੀਤਾ ਸੀ, ਅਤੇ ਹੁਣ ਜਿਹੜੀ ਵੈਲਕਮ ਲੈਟਰ ਆ ਗਈ ਹੈ, ਜੇ ਕੁਝ ਨਹੀਂ ਆਇਆ। ਇਹਨੂੰ ਟਾਈਮ ਲੱਗੂਗਾ ਜੀ, ਅਜੇ ਜਿਹੜਾ ਹੈਗਾ ਉਹ ਪੇਪਰ ਜ਼ਰੂਰ ਲੈ ਰਹੇ ਨੇ 2006 ਵਾਲਿਆਂ ਦੇ, ਲੇਕਿਨ ਅਜੇ ਤੱਕ ਜਿਹੜਾ ਹੈਗਾ ਉਹ ਸੈਪਟੈਂਬਰ 2005 ਨਹੀਂ ਟੱਪਿਆ। ਉਹ ਸੈਪਟੈਂਬਰ ਤੋਂ ਪਹਿਲਾਂ ਵਾਲਿਆਂ ਦੀ ਅਜੇ ਇੰਟਰਵਿਊ ਜਿਹੜੀਆਂ ਉਹ ਕਰ ਰਹੇ ਆ। ਅਗਲਾ ਸਵਾਲ ਹੈ ਜੀ ਕਿ ਜਿਹੜੀ ਹੈਗੀ ਆ ਇਹ ਸਾਨੂੰ ਦੱਸੋ ਕਿ ਵਰਕ ਪਰਮਿਟ ਕਦੋਂ ਆਊਗਾ 180 ਦਿਨ ਤੋਂ ਉੱਪਰ ਹੋ ਗਏ? ਇਹ ਮੈਂ ਦੱਸ ਕੇ ਹਟਿਆ ਜੀ ਕਿ ਜੇ ਤਾਂ ਇਨੀਸ਼ੀਅਲ ਵਰਕ ਪਰਮਿਟ ਆ ਉਹ ਤਾਂ ਆ ਜਾਂਦਾ, ਜੇ ਆਪਾਂ ਦੁਬਾਰਾ ਜਿਹੜਾ ਰਿਨਿਊਅਲ ਲਈ ਕਰਦੇ ਆ ਉਹਨੂੰ ਅੱਜ ਕੱਲ੍ਹ ਸਾਲ ਤੋਂ ਉੱਪਰ ਟਾਈਮ ਲੱਗ ਰਿਹਾ, ਲੇਕਿਨ ਕਈ ਕੇਸਾਂ 'ਚ ਉਹ ਵੀ ਜਲਦੀ ਆਏ ਨੇ। ਸੋ ਬਾਕੀ ਇਹ ਤਾਂ ਵੇਟ ਹੀ ਕਰਨੀ ਪੈਣੀ ਹੈ। ਅਗਲਾ ਸਵਾਲ ਹੈ ਜੀ ਕਿ F1 ਦਾ ਕੋਈ ਫਾਸਟ ਹੋਣ ਦਾ ਤਰੀਕਾ ਨਹੀਂ? ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਜੇ ਕਿੰਨਾ ਟਾਈਮ ਲੱਗੂਗਾ, ਕਿਉਂਕਿ ਜਿਹੜੀਆਂ ਇਹ ਕੈਟੇਗਰੀਆਂ ਨੇ, F4 ਹੋ ਗਈ, F3 ਹੋ ਗਈ, F1 ਹੋ ਗਈ, ਇਹਨੂੰ ਮਤਲਬ ਕਾਫੀ ਟਾਈਮ ਲੱਗ ਰਿਹਾ, ਕਾਫੀ ਸਲੋ ਆ। ਸੋ ਇਹਦੇ ਬਾਰੇ ਜਿਹੜਾ ਉਹ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਅਤੇ ਇਹ ਸੀ ਜੀ ਤੁਹਾਡੇ ਸਵਾਲਾਂ ਦੇ ਜਵਾਬ। ਆਸ ਹੈ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਇਸੇ ਤਰ੍ਹਾਂ ਹੀ ਅਗਲੇ ਵੀਕ ਮਿਲਾਂਗੇ ਇਸੇ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ।